प्रेज द लॉर्ड हालेलुया। एक बार फिर ਅਸੀਂ ਪਰਮੇਸ਼ਰ ਦੇ ਵਚਨ 'ਚ ਧਿਆਨ ਕਰਦੇ ਹਾਂ ਕਿ ਪਰਮੇਸ਼ਰ ਨੇ ਸਾਨੂੰ ਮੌਕਾ ਦਿੱਤਾ ਕਿ ਅਸੀਂ ਉਹਦੀ ਸਤੁਤੀ ਔਰ ਉਹਦੀ ਆਰਾਧਨਾ ਕਰ ਸਕੀਏ। ਆइए ਵਚਨ 'ਚ ਚੱਲਦੇ ਹਾਂ। ਆਇਜ਼ਿਆ ਚੈਪਟਰ 58 ਉਹਦੀ ਇੱਕੋ ਹੀ ਆਇਤ ਪੜਾਂਗੇ। ਵਚਨ ਕੀ ਕਹਿੰਦਾ ਆ ਬਾਈਬਲ ਦੇ ਵਿੱਚ ਅਸੀਂ ਪੜ੍ਹਦੇ ਹਾਂ। ਆਇਜ਼ਿਆ 58 ਉਹਦੀ ਆਇਤ ਜਿਹੜੀ ਆ 11। ਯਹੋਵਾ ਤੇਰੀ ਅਗਵਾਈ ਸਦਾ ਕਰਦਾ ਰਹੇਗਾ, ਝੁਲਸਿਆਂ ਥਾਵਾਂ ਵਿੱਚ ਤੇਰੀ ਜਾਨ ਨੂੰ ਤ੍ਰਿਪਤ ਕਰੇਗਾ ਅਤੇ ਤੇਰੀਆਂ ਹੱਡੀਆਂ ਨੂੰ ਮਜ਼ਬੂਤ ਕਰੇਗਾ। ਤੂੰ ਸਿੰਜੇ ਹੋਏ ਬਾਗ ਜਿਹਾ ਹੋਵੇਗਾ ਅਤੇ ਉਸ ਸੁੰਬ ਜਿਹਾ ਜਿਹਦਾ ਪਾਣੀ ਮੁੱਕਦਾ ਨਹੀਂ। ਪਿਤਾ ਪਰਮੇਸ਼ਰ ਦੇ ਨਾਮ ਨੂੰ ਜਲਾਲ ਦਿੰਦੇ ਆ, ਉਹਦੇ ਨਾਮ ਨੂੰ ਮਹਿਮਾ ਦਿੰਦੇ ਆ क्योंकि वह भला परमेश्वर है, वह दयाला परमेश्वर है। उसके वचन च ध्यान करते हैं कि वचन च लिखा है यहोवा तेरी अगुवाई सदा करता रहेगा। वह साडी अगुवाई हमेशा करता। वह कहता है झुलसिया थावां विच तेरी जान नूं तृप्त करेगा ਅਤੇ ਤੇਰੀਆਂ ਹੱਡੀਆਂ ਮਜ਼ਬੂਤ ਕਰੇਗਾ। ਤੂੰ ਸਿੰਜੇ ਹੋਏ ਇੱਕ ਬਾਗ ਜਿਹਾ ਹੋਵੇਂਗਾ। ਇਹ ਪਰਮੇਸ਼ਰ ਦੀ ਮਰਜ਼ੀ ਹੈ, ਪਰਮੇਸ਼ਰ ਦੀ ਯੋਜਨਾ ਆ ਕਿ ਅਸੀਂ ਇੱਕ ਸਿੰਜੇ ਜਿਹੇ ਬਾਗ ਦੀ ਤਰ੍ਹਾਂ ਹੋਈਏ, ਅਸੀਂ ਹਰੇ ਭਰੇ ਹੋਈਏ। ਹਾਲੇਲੂਇਆ। ਉਹ ਸਾਨੂੰ ਸਿੰਜੇ ਹੋਏ ਬਾਗ ਦੀ ਤਰ੍ਹਾਂ ਦੇਖਣਾ ਚਾਹੁੰਦਾ ਆ। ਮਾਲੀ ਦਾ ਕੰਮ ਹੈਗਾ ਆ ਕਿਉਂਕਿ ਮਾਲੀ ਦਾ ਕੰਮ ਹੈ ਕਿ ਉਹ ਆਪਣੇ ਬਾਗ ਬਗੀਚੇ ਦੀ ਚੰਗੀ ਤਰ੍ਹਾਂ ਟੇਕ ਕੇਅਰ ਕਰੇ, ਚੰਗੀ ਤਰ੍ਹਾਂ ਉਹਦੀ ਦੇਖਭਾਲ ਕਰੇ। ਮਾਲੀ ਜਿਹੜਾ ਉਹ ਲਗਨ ਦੇ ਨਾਲ ਕੰਮ ਕਰਦਾ ਆ, ਆਪਣੇ ਬੂਟਿਆਂ ਦੀ ਚੰਗੀ ਤਰ੍ਹਾਂ ਰਖਵਾਲੀ ਕਰਦਾ ਆ। ਪਰ ਜਦੋਂ ਉਹ ਮਿਹਨਤ ਕਰਦਾ ਆ, ਉਹ ਬੂਟਿਆਂ ਦੀ ਜਦੋਂ ਚੰਗੀ ਭਲੇ ਦੇਖਭਾਲ ਕਰਦਾ, ਜਦੋਂ ਉਹ ਮਿਹਨਤ ਕਰਦਾ ਆ ਤਾਂ ਫਿਰ ਉਹ ਕੀ ਕਰਦਾ ਆ, ਜਦੋਂ ਉਹਦੇ ਜੋ ਮਿਹਨਤ ਉਹਨੇ ਕੀਤੀ ਹੁੰਦੀ ਆ, ਉਹ ਜਦੋਂ ਉਹਦੇ ਫਲ ਬੂਟੇ ਲੱਗੇ ਹੁੰਦੇ, ਫੁੱਲ ਲੱਗੇ ਹੁੰਦੇ, ਬੂਟੇ ਉਹਦੇ ਲਹਿਲਾਉਂਦੇ ਆ, ਤਾਂ ਜਿਹੜਾ ਮਾਲੀ ਹੈ ਬਹੁਤ ਖੁਸ਼ ਹੁੰਦਾ ਆ, ਬਹੁਤ ਖੁਸ਼ ਹੁੰਦਾ ਆ। ਕਿਉਂਕਿ ਉਸ ਫੁੱਲਾਂ ਨੂੰ ਦੇਖਦਾ ਹੈ ਜਿਸ ਉੱਤੇ ਉਹਨੇ ਮਿਹਨਤ ਕੀਤੀ ਹੁੰਦੀ ਆ, ਜਿਸ ਉੱਤੇ ਉਹਨੇ ਕੰਮ ਕੀਤਾ ਹੁੰਦਾ। ਸੋ ਉਹ ਉਹਨਾਂ ਨੂੰ ਦੇਖ ਕੇ ਉਹ ਖੁਸ਼ ਹੁੰਦਾ। ਇਸੇ ਤਰ੍ਹਾਂ ਸਾਡਾ ਸਿਰਜਣਹਾਰ ਆ, ਸਾਡਾ ਮੁਕਤੀਦਾਤਾ, ਸਾਡਾ ਉਧਾਰ ਕਰਤਾ ਆ। ਉਹ ਕਹਿੰਦਾ ਕਿ ਤੁਸੀਂ ਇੱਕ ਸਿੰਜੇ ਜੇ ਬਾਗ ਦੀ ਤਰ੍ਹਾਂ ਹੋਵੋਗੇ। ਉਹ ਸਾਨੂੰ ਸਿੰਜੇ ਜੇ ਬਾਗ ਦੀ ਤਰ੍ਹਾਂ ਬਣਾਉਣਾ ਚਾਹੁੰਦਾ ਆ ਕਿ ਅਸੀਂ ਹਰੇ ਭਰੇ ਰਹੀਏ। ਹਾਲੇਲੂਇਆ, ਪ੍ਰੇਜ਼ ਦ ਲਾਰਡ। ਉਹ ਸਾਨੂੰ ਇੱਕ ਹਰਿਆ ਭਰਿਆ ਦੇਖਣਾ ਚਾਹੁੰਦਾ ਆ। ਪਰਮੇਸ਼ਰ ਦੇ ਬਾਗ 'ਚ ਲਿਖਿਆ, ਉਹਦੇ ਵਚਨ ਦੇ ਵਿੱਚ ਲਿਖਿਆ ਹੋਇਆ ਕਿ ਉਹ ਸਾਨੂੰ ਇੱਕ ਹਰੇ ਭਰੇ ਜਿਹੇ ਬਣਾਉਣਾ ਚਾਹੁੰਦਾ ਆ। ਬਾਈਬਲ ਵਿੱਚ ਅਸੀਂ 3 ਬਾਗਾਂ ਬਾਰੇ ਦੇਖਦੇ ਹਾਂ। ਇਹ ਅੱਜ ਦਾ ਸਰਮਨ ਆ। ਅੱਜ ਦੇ ਸਰਮਨ ਦਾ ਟਾਈਟਲ ਆ 3 ਬਾਗ। ਅਸੀਂ 3 ਬਾਗਾਂ ਦੇ ਉੱਤੇ ਗੌਰ ਕਰਾਂਗੇ। ਹਾਲੇਲੂਇਆ, ਪ੍ਰੇਜ਼ ਦ ਲਾਰਡ। ਕਿਉਂਕਿ ਵਚਨ ਕੀ ਕਹਿੰਦਾ ਆ? ਵਚਨ ਕਹਿੰਦਾ ਆ ਬਾਈਬਲ ਦੇ ਵਿੱਚ, ਜਦੋਂ ਅਸੀਂ ਪੜ੍ਹਦੇ ਆ ਜੈਨੇਸਿਸ ਦੇ ਵਿੱਚ ਦੇਖਦੇ ਆ, ਜੈਨੇਸਿਸ ਚੈਪਟਰ 2 ਉਹਦੀ ਜਦੋਂ ਅਸੀਂ ਉਹਦੀ 2 ਆਇਤ ਦੀ ਚੈਪਟਰ 2 ਤੋਂ ਦੀ 8 ਆਇਤ ਨੂੰ ਪੜ੍ਹਦੇ ਆ, ਵਚਨ ਵਿੱਚ ਕੀ ਲਿਖਿਆ ਆ? ਤਾਂ ਯਹੋਵਾ ਪਰਮੇਸ਼ਰ ਨੇ ਇੱਕ ਬਾਗ ਅਦਨ ਵਿੱਚ ਪੂਰਬ ਵੱਲ ਲਗਾਇਆ ਅਤੇ ਉੱਥੇ ਉਸਨੇ ਉਸ ਆਦਮੀ ਨੂੰ ਜਿਹਨੂੰ ਉਸਨੇ ਰਚਿਆ ਸੀਗਾ। ਹਾਲੇਲੂਇਆ, ਪ੍ਰੇਜ਼ ਦ ਲਾਰਡ। ਅਸੀਂ ਇਸ ਵਿੱਚ ਦੇਖਦੇ ਆ ਕਿ ਪਰਮੇਸ਼ਰ ਨੇ ਇੱਕ ਬਾਗ ਜੋ ਅਦਨ ਦਾ ਬਾਗ ਆ, ਪਹਿਲਾ ਬਾਗ ਕੀ ਆ? ਅਦਨ ਦਾ ਬਾਗ। ਅਦਨ ਦੇ ਬਾਗ ਦੇ ਵਿੱਚ ਇਨਸਾਨ ਨੂੰ ਬਣਾਇਆ, ਆਦਮ ਨੂੰ ਬਣਾਇਆ, ਉਸਨੂੰ ਰਚਿਆ, ਉਸਨੂੰ ਇੱਕ ਮਿੱਟੀ ਦਾ ਬੁੱਤ ਬਣਾਇਆ, ਮਿੱਟੀ ਦਾ ਬੁੱਤ ਬਣਾ ਕੇ ਉਸਨੂੰ ਆਪਣੀ ਸ਼ਕਲ ਤੇ ਆਪਣੀ ਸੂਰਤ ਤੇ ਬਣਾਇਆ ਔਰ ਉਸਨੂੰ ਅਦਨ ਦੇ ਬਾਗ ਦੇ ਵਿੱਚ ਰੱਖਿਆ। ਜਦੋਂ ਅਸੀਂ ਅਦਨ ਦੇ ਬਾਗ ਦੇ ਵਿੱਚ ਦੇਖਦੇ ਆ ਕਿ ਜਦੋਂ ਉਸਨੂੰ ਬਣਾਇਆ, ਅਦਨ ਦੇ ਬਾਗ ਦੇ ਵਿੱਚ ਰੱਖਿਆ, ਚੈਪਟਰ 2 ਉਹਦੀ 15 ਆਇਤ ਦੇ ਵਿੱਚ ਦੇਖਦੇ ਆ, ਯਹੋਵਾ ਪਰਮੇਸ਼ਰ ਨੇ ਉਸ ਆਦਮੀ ਨੂੰ ਲੈ ਕੇ ਅਦਨ ਦੇ ਬਾਗ ਵਿੱਚ ਰੱਖਿਆ ਤਾਂ ਜੋ ਉਸਦੀ ਵਾਹੀ ਤੇ ਰਾਖੀ ਕਰੇ। ਹਾਲੇਲੂਇਆ। ਪਰਮੇਸ਼ਰ ਨੇ ਇਨਸਾਨ ਨੂੰ ਉਸਨੂੰ ਇਸ ਕਰਕੇ ਬਣਾਇਆ ਕਿ ਉਹ ਬਾਗ ਦੀ ਦੇਖਭਾਲ ਵੀ ਕਰੇ ਤੇ ਬਾਗ ਦੀ ਰਾਖੀ ਕਰੇ, ਤਾਂ ਕਿ ਉਹ ਉਸ ਬਾਗ ਦੇ ਵਿੱਚ ਜਿਸ ਦੇ ਵਿੱਚ ਉਹਨੂੰ ਰੱਖਿਆ ਸੀਗਾ
ਉਹਦੀ ਦੇਖਭਾਲ ਕਰੇ, ਉਹਦੀ ਵਾਹੀ ਕਰੇ। ਹਾਲੇਲੂਇਆ। ਅਸੀਂ ਦੇਖਦੇ ਆ ਕਿ ਜਦੋਂ ਪਰਮੇਸ਼ਰ ਨੇ ਆਦਮ ਦੇ ਬਾਗ ਵਿੱਚ ਆਦਮ ਨੂੰ ਰੱਖਿਆ ਤਾਂ ਅਸੀਂ ਦੇਖਦੇ ਆ ਕਿ ਜਦੋਂ ਸੱਪ ਜਿਹੜਾ ਆ ਹਵਾ ਦੇ ਕੋਲ ਆਉਂਦਾ ਆ, ਹਵਾ ਦੇ ਕੋਲ ਆਣ ਕੇ ਉਹਨੂੰ ਪਰਮਾਉਂਦਾ ਆ ਕਿ ਜਿਹੜਾ ਪਰਮੇਸ਼ਰ ਨੇ ਤੁਹਾਨੂੰ ਫਲ ਕਿਹਾ ਹੋਇਆ ਆ ਕਿ ਤੁਸੀਂ ਇਸ ਬੂਟੇ ਦੇ ਵਿਚਕਾਰ, ਜੋ ਅਦਨ ਦੇ ਬਾਗ ਦੇ ਵਿਚਕਾਰ ਬੂਟਾ ਲੱਗਾ ਹੋਇਆ, ਤੁਸੀਂ ਉਸ ਦਰਖਤ ਦੇ ਤੋਂ ਫਲ ਨਹੀਂ ਖਾਣਾ ਹੈਗਾ। ਤਾਂ ਸੱਪ ਜਿਹੜਾ ਆਣ ਕੇ ਉਸਨੂੰ ਦੱਸਦਾ ਆ ਕਿ ਜੇ ਤੁਸੀਂ ਉਸ ਫਲ ਨੂੰ ਖਾ ਲੂੰਗੇ, ਜੇ ਉਹ ਜਿਹੜਾ ਪਰਮੇਸ਼ਰ ਨੇ ਤੁਹਾਨੂੰ ਮਨਾ ਕੀਤਾ ਹੋਇਆ, ਜੇ ਤੁਸੀਂ ਦਰਖਤ ਤੋਂ, ਉਸ ਟਰੀ ਦੇ ਉੱਤੋਂ ਉਸ ਫਲ ਨੂੰ ਖਾ ਲੂੰਗੇ ਤਾਂ ਤੁਹਾਡੀਆਂ ਜਿਹੜੀਆਂ ਅੱਖੀਆਂ ਖੁੱਲ ਜਾਣਗੀਆਂ। ਤੁਸੀਂ ਫਲ ਨੂੰ ਜਦੋਂ ਖਾਓਗੇ ਤਾਂ ਉਹ ਜਿਹੜੀਆਂ ਤੁਹਾਡੀਆਂ ਅੱਖੀਆਂ ਖੁੱਲ ਜਾਣਗੀਆਂ ਤੇ ਤੁਸੀਂ ਕੀ ਹੋਵੋਗੇ? ਜਦੋਂ ਤੁਹਾਡੀਆਂ ਅੱਖੀਆਂ ਖੁੱਲ ਜਾਣਗੀਆਂ ਤੁਸੀਂ ਚੰਗੇ ਮਾੜੇ ਦੀ ਪਛਾਣ ਕਰਨ ਲੱਗ ਪਓਗੇ। ਹਾਲੇਲੂਇਆ। ਕਿਉਂਕਿ ਉਹ ਤੁਹਾਡੀਆਂ ਅੱਖੀਆਂ ਦੇ ਲਈ ਚੰਗਾ ਆ, ਤੁਸੀਂ ਉਹਦੇ ਚੰਗੇ ਮਾੜੇ ਦੀ ਪਛਾਣ ਕਰਨ ਲੱਗ ਪਓਗੇ। ਪਰਮੇਸ਼ਰ ਜਾਣਦਾ ਆ ਕਿ ਜਿਸ ਦਿਨ ਤੁਸੀਂ ਉਸ ਫਲ ਨੂੰ ਖਾਓਗੇ ਤਾਂ ਤੁਹਾਡੀਆਂ ਅੱਖਾਂ ਖੁੱਲ ਜਾਣਗੀਆਂ, ਤੁਸੀਂ ਚੰਗੇ ਮਾੜੇ ਦੀ ਪਛਾਣ ਕਰਨ ਲੱਗ ਪਓਗੇ। ਸਭ ਨੇ ਉਸਨੂੰ ਪਰਮਾਇਆ ਹਵਾ ਨੂੰ, ਪਰ ਹਵਾ ਨੇ ਸੋਚਿਆ ਕਿ ਫਲ ਜਿਹੜਾ ਇਹ ਖਾਣ ਨੂੰ ਚੰਗਾ ਤੇ ਅੱਖੀਆਂ ਨੂੰ ਮਨ ਪਾਉਂਦਾ ਆ। ਉਹਨੇ ਕੀ ਕੀਤਾ? ਉਹ ਹਵਾ ਨੇ ਸਭ ਦੀ ਗੱਲ ਉੱਤੇ ਵਿਸ਼ਵਾਸ ਕਰ ਲਿਆ ਤੇ ਉਹਨੇ ਕੀ ਕੀਤਾ ਕਿ ਖਾਣ ਨੂੰ ਚੰਗਾ ਆ, ਅੱਖੀਆਂ ਨੂੰ ਮਨ ਪਾਉਂਦਾ ਆ, ਤੇ ਉਹਨੇ ਕੀ ਕੀਤਾ? ਉਸ ਫਲ ਦੇ ਵਿੱਚੋਂ ਆਪ ਖਾਧਾ ਤੇ ਆਦਮ ਨੂੰ ਵੀ ਖਿਲਾ ਦਿੱਤਾ। ਜਦੋਂ ਆਦਮ ਨੂੰ ਵੀ ਖਿਲਾ ਦਿੱਤਾ ਤਾਂ ਜੋ ਪਰਮੇਸ਼ਰ ਨੇ ਹੁਕਮ ਕੀਤਾ ਹੋਇਆ ਸੀ, ਜੋ ਪਰਮੇਸ਼ਰ ਨੇ ਉਹਨਾਂ ਨੂੰ ਇੱਕ ਹੁਕਮ ਦਿੱਤਾ ਸੀ ਕਿ ਫਲ ਦੇ ਜੋ ਅਦਨ ਦਾ ਬਾਗ ਆ ਉਸ ਵਿੱਚ ਸਾਰੇ ਜੋ ਵੀ ਕੁਝ ਹੈਗਾ ਤੁਸੀਂ ਸਭ ਕੁਝ ਖਾ ਸਕਦੇ, ਪਰ ਇੱਕ ਮੈਂ ਤੁਹਾਨੂੰ ਹੁਕਮ ਦਿੱਤਾ ਆ ਕਿ ਜੋ ਅਦਨ ਦੇ ਬਾਗ ਦੇ ਵਿੱਚ ਬੂਟਾ ਆ ਉਸ ਦਰਖਤ ਤੋਂ ਤੁਸੀਂ ਫਲ ਨਹੀਂ ਕਰਨਾ। ਪਰ ਉਹ ਕੀ ਕੀਤਾ? ਉਸ ਪਰਮੇਸ਼ਰ ਦੇ ਹੁਕਮ ਦੀ ਇੱਜ਼ਤ ਨਹੀਂ ਕੀਤੀ, ਮਾਣ ਨਹੀਂ ਕੀਤਾ, ਉਸ ਦਾ ਆਦਰ ਨਹੀਂ ਕੀਤਾ। ਤਾਂ ਪਰਮੇਸ਼ਰ ਦੇਖਦੇ ਆ ਕਿ ਪਰਮੇਸ਼ਰ ਨੇ ਜਦੋਂ ਉਹਨੂੰ ਪਤਾ ਲੱਗਾ, ਪਰਮੇਸ਼ਰ ਨੂੰ ਜੋ ਕਿ ਠੰਡੇ ਸਮੇਂ ਆਂਦਾ ਹੁੰਦਾ ਸੀ ਉਹਨਾਂ ਕੋਲ, ਤਾਂ ਅਸੀਂ ਦੇਖਦੇ ਆ ਜਦੋਂ ਉਸਨੂੰ ਪਤਾ ਲੱਗਾ ਕਿ ਜੋ ਮੇਰੇ ਹੱਥਾਂ ਦੇ ਬਣਾਏ ਹੋਏ ਆ, ਜੋ ਮੈਂ ਆਪਣੀ ਛਵੀ ਦੇ ਉੱਤੇ, ਆਪਣੀ ਸੂਰਤ ਦੇ ਉੱਤੇ ਆਪਣੀ ਜਿਹਾ ਬਣਾਇਆ ਆ, ਉਹਨਾਂ ਨੇ ਮੇਰੇ ਓਬੀਡੀਐਂਸ ਨਹੀਂ ਕੀਤਾ, ਮੇਰੇ ਹੁਕਮਾਂ ਦੀ ਪਾਲਣਾ ਕੀਤੀ। ਇਸੇ ਤਰ੍ਹਾਂ ਅਸੀਂ ਲੋਕ ਆ, ਜਦੋਂ ਅਸੀਂ ਖੁਦਾ ਦਾ ਹੁਕਮ ਨਹੀਂ ਮੰਨਦੇ ਆ, ਉਸਨੂੰ ਹਰਟ ਹੁੰਦਾ ਆ। ਅਸੀਂ ਦੇਖਦੇ ਆ ਬਹੁਤ ਸਾਰੇ ਲੋਕ ਆ ਜੋ ਪਰਮੇਸ਼ਰ ਦਾ ਹੁਕਮ ਨਹੀਂ ਮੰਨਦੇ। ਅਸੀਂ ਕਹਿ ਦਿੰਦੇ ਉਹ ਹਵਾ ਨੇ ਆਖਾ ਨਹੀਂ ਮੰਨਿਆ, ਹਵਾ ਨੇ ਹੁਕਮ ਨਹੀਂ ਮੰਨਿਆ, ਹਵਾ ਨੇ ਫਲ ਖਾ ਲਿਆ, ਇੰਨਾ ਕੁਛ ਸੀਗਾ, ਪਰਮੇਸ਼ਰ ਨੇ ਉਹਨਾਂ ਨੂੰ ਸਭ ਕੁਝ ਦਿੱਤਾ ਹੋਇਆ ਸੀ, ਤਾਂ ਵੀ ਆਦਮ ਤੇ ਹਵਾ ਨੇ ਉਲੰਘਣਾ ਕਰ ਲਈ। ਅਸੀਂ ਵੀ ਉਸ ਤਰ੍ਹਾਂ ਦੇ ਲੋਕ ਆ, ਅਸੀਂ ਵੀ ਉਸ ਆਦਮ ਤੇ ਹਵਾ ਦੀ ਤਰ੍ਹਾਂ ਆ ਜੋ ਵਚਨ ਬਿਆਨ ਕਰਦਾ ਆ, ਜੋ ਵਚਨ ਦੇ ਵਿੱਚ ਲਿਖਿਆ ਹੋਇਆ ਮੇਰੇ ਹੁਕਮਾਂ ਦੀ ਪਾਲਣਾ ਕਰੋ। ਅਸੀਂ ਵੀ ਉਸ ਆਦਮ ਦੀ ਤਰ੍ਹਾਂ ਆ, ਉਸ ਹਵਾ ਦੀ ਤਰ੍ਹਾਂ ਆ ਜੋ ਅਸੀਂ ਉਹਦੇ ਹੁਕਮਾਂ ਦੀ ਪਾਲਣਾ ਨਹੀਂ ਕਰਦੇ। ਅਸੀਂ ਆਦਮ ਤੇ ਹਵਾ ਨੂੰ, ਬਹੁਤ ਸਾਰੇ ਲੋਕ ਆ ਆਦਮ ਤੇ ਹਵਾ ਨੂੰ ਉਹ ਪਰਮੇਸ਼ਰ ਨੇ ਇੰਨੀਆਂ ਸਹੂਲਤਾਂ ਦਿੱਤੀਆਂ ਹੋਈਆਂ ਸੀ, ਪਰਮੇਸ਼ਰ ਨੇ ਉਹਨਾਂ ਨੂੰ ਹਰੇਕ ਚੀਜ਼ ਦੇ ਨਾਲ ਮੁਹੱਈਆ ਕੀਤਾ ਹੋਇਆ ਸੀ, ਉਹ ਫਿਰ ਵੀ ਉਹਨਾਂ ਨੇ ਫਲ ਖਾ ਲਿਆ। ਇਸੇ ਤਰ੍ਹਾਂ ਅੱਜ ਸਾਨੂੰ ਵੀ ਪਰਮੇਸ਼ਰ ਨੇ ਬਹੁਤ ਸਾਰੀਆਂ ਚੀਜ਼ਾਂ ਦੇ ਨਾਲ, ਬਹੁਤ ਸਾਰੀਆਂ ਬਰਕਤਾਂ ਦੇ ਨਾਲ ਭਰਪੂਰ ਕੀਤਾ ਹੋਇਆ ਆ। ਅੱਜ ਸਭ ਤੋਂ ਵੱਡੀ ਗੱਲ ਤਾਂ ਪਰਮੇਸ਼ਰ ਨੇ ਸਭ ਨੂੰ ਅੱਛੀ ਸਿਹਤ ਤੇ ਤੰਦਰੁਸਤੀ ਦਿੱਤੀ ਹੋਈ ਆ। ਉਸ ਵਿੱਚ ਉਸ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ। ਅਸੀਂ ਵੀ ਆਦਮ ਤੇ ਹਵਾ ਵਰਗੇ ਹਾਂ, ਸਾਨੂੰ ਵੀ ਪਰਮੇਸ਼ਰ ਨੇ ਹੁਕਮ ਦਿੱਤਾ ਹੋਇਆ ਜੋ ਅਸੀਂ ਨਾਫਰਮਾਨੀ ਕਰਦੇ ਆ, ਅਸੀਂ ਵੀ ਆਪਣੇ ਪਰਮੇਸ਼ਰ ਦੇ ਵਿਧੀਆਂ ਦੀ ਉਲੰਘਣਾ ਕਰਦੇ ਆ, ਅਸੀਂ ਵੀ ਆਪਣੇ ਪਰਮੇਸ਼ਰ ਦੇ ਨਾਲ ਵਫਾਦਾਰ ਨਹੀਂ, ਕਿਉਂਕਿ ਇਨਸਾਨ ਜਿਹੜਾ ਸੈਲਫਿਸ਼ ਹੋ ਗਿਆ ਆ, ਇਨਸਾਨ ਜਿਹੜਾ ਆ ਉਹ ਆਦਮ ਤੇ ਹਵਾ ਦੀ ਤਰ੍ਹਾਂ, ਜੋ ਉਹ ਕਹਿੰਦਾ ਕਿ ਮੇਰੇ ਅੱਖੀਆਂ, ਹਵਾ ਕਹਿੰਦੀ ਆ ਕਿ ਮਨ ਨੂੰ ਪਾਉਂਦਾ ਆ, ਅੱਖੀਆਂ ਨੂੰ ਚੰਗਾ ਆ, ਉਸਨੇ ਫਲ ਖਾ ਲਿਆ। ਇਸੇ ਤਰ੍ਹਾਂ ਅੱਜ ਦੁਨੀਆ ਦੇ ਵਿੱਚ ਲੋਕ ਜਿਹੜੇ ਆ ਉਹ ਮਨ ਨੂੰ ਜੋ ਚੰਗਾ ਲੱਗਦਾ ਆ, ਜੋ ਅੱਖੀਆਂ ਨੂੰ ਪਾਉਂਦਾ ਆ, ਉਸੇ ਤਰ੍ਹਾਂ ਕਰਦੇ ਆ। ਹਾਲੇਲੂਇਆ। ਇਸੇ ਤਰ੍ਹਾਂ
ਆਦਮ ਤੇ ਹਵਾ ਨੇ ਪਰਮੇਸ਼ਰ ਦੀ ਉਲੰਘਣਾ ਕੀਤੀ। ਜਦੋਂ ਪਰਮੇਸ਼ਰ ਦੀ ਉਲੰਘਣਾ ਕੀਤੀ, ਜੋ ਉਹਨਾਂ ਦੇ ਉੱਤੇ ਸਾਮਰਥ ਸੀ, ਜੋ ਉਹਨਾਂ ਦੇ ਉੱਤੇ ਹਜ਼ੂਰੀ ਸੀ, ਉਸ ਹਜ਼ੂਰੀ ਨੂੰ ਖੋ ਬੈਠੇ। ਅੱਖਾਂ ਤਾਂ ਖੁੱਲ ਗਈਆਂ, ਪਰ ਉਹ ਪਰਮੇਸ਼ਰ ਕੋਲੋਂ ਦੂਰ ਹੋ ਗਏ, ਪਰਮੇਸ਼ਰ ਦੀ ਹਜ਼ੂਰੀ ਕੋਲੋਂ ਦੂਰ ਹੋ ਗਏ, ਪਰਮੇਸ਼ਰ ਦੀ ਸਾਮਰਥ ਤੋਂ ਦੂਰ ਹੋ ਗਏ। ਇਸੇ ਤਰ੍ਹਾਂ ਜਦੋਂ ਅਸੀਂ ਆਪਣੇ ਪਰਮੇਸ਼ਰ ਦੇ ਹੁਕਮਾਂ ਦੇ ਮੁਤਾਬਕ ਨਹੀਂ ਚੱਲਦੇ ਤਾਂ ਅਸੀਂ ਪਰਮੇਸ਼ਰ ਦੇ ਕਾਇਦੇ ਕਾਨੂੰਨ ਦੇ ਮੁਤਾਬਕ ਨਹੀਂ ਚੱਲਦੇ, ਅਸੀਂ ਪਰਮੇਸ਼ਰ ਦੀ ਹਜ਼ੂਰੀ ਨੂੰ ਖੋ ਬੈਠਦੇ ਆ, ਅਸੀਂ ਪਰਮੇਸ਼ਰ ਕੋਲੋਂ ਕੋਹਾਂ ਦੂਰ ਹੋ ਜਾਂਦੇ ਆ। ਕਿਉਂਕਿ ਜੇ ਅਸੀਂ ਆਪਣੇ ਪਰਮੇਸ਼ਰ ਕੋਲੋਂ ਦੂਰ ਹੋ ਜਾਂਦੇ ਆ ਤਾਂ ਅਸੀਂ ਆਪਣੇ ਆਤਮਾ ਦੇ ਵਿੱਚ ਜੋ ਸਾਡਾ ਆਤਮਕ ਬਾਗ ਆ, ਜਿਸ ਤਰ੍ਹਾਂ ਵਚਨ 'ਚ ਲਿਖਿਆ ਆ, ਅਸੀਂ ਪੜ੍ਹਿਆ ਕਿ ਯਹੋਵਾ ਆਪਣੇ ਪਰਮੇਸ਼ਰ ਉਸ ਆਦਮੀ ਨੂੰ ਲੈ ਕੇ ਅਦਨ ਦੇ ਬਾਗ ਵਿੱਚ ਰੱਖਿਆ ਤਾਂ ਜੋ ਉਹਦੀ ਵਾਹੀ ਤੇ ਰਾਖੀ ਕਰੇ। ਅੱਜ ਅਸੀਂ ਆਪਣੇ ਜੋ ਪਰਮੇਸ਼ਰ ਨੇ ਸਾਨੂੰ ਮਿੱਟੀ ਤੋਂ ਬਣਾਇਆ ਆ, ਸਾਨੂੰ ਮਿੱਟੀ ਤੋਂ ਬਣਾ ਕੇ ਉਸਨੇ ਕਿਹਾ ਕਿ ਅਸੀਂ ਇੱਕ ਮਿੱਟੀ ਦਾ ਬਾਗ ਆ, ਅਸੀਂ ਇੱਕ ਮਿੱਟੀ ਦੀ ਤਰ੍ਹਾਂ ਆ, ਜਿਸ ਵਿੱਚ ਉਹ ਸਾਨੂੰ ਸਿੰਜੇ ਹੋਏ ਬਾਗ ਦੀ ਤਰ੍ਹਾਂ ਲਾਉਣਾ ਚਾਹੁੰਦਾ ਆ, ਸਾਨੂੰ ਆਪਣੀ ਹਜ਼ੂਰੀ ਦੇ ਨਾਲ ਟਕਣਾ ਚਾਹੁੰਦਾ, ਆਪਣੀ ਸਾਮਰਥ ਦੇ ਨਾਲ ਟਕਣਾ ਚਾਹੁੰਦਾ ਆ। ਪਰ ਅਸੀਂ ਪਾਪ ਦਾ ਕਰਕੇ ਅਸੀਂ ਪਰਮੇਸ਼ਰ ਕੋਲੋਂ ਦੂਰ ਹੋ ਗਏ, ਕਿਉਂਕਿ ਪਰਮੇਸ਼ਰ ਪਾਪ ਨੂੰ ਸਹਿਣ ਨਹੀਂ ਕਰਦਾ। ਪਰ ਉਹਦਾ ਵਚਨ ਕਹਿੰਦਾ ਆ ਕਿ ਜਿਹੜਾ ਮੇਰੇ ਕੋਲ ਆਂਦਾ ਆ, ਜਿਹੜਾ ਪਛਤਾਪ ਕਰਦਾ ਆ, ਮੈਂ ਉਹਨਾਂ ਦੇ ਅਪਰਾਧਾਂ ਨੂੰ ਮਾਫ ਕਰ ਦਿੰਦਾ ਆ। ਪਰ ਜਿਹੜਾ ਰੂਹ ਔਰ ਸੱਚਾਈ ਦੇ ਨਾਲ ਮੈਨੂੰ ਢੂੰਡਦਾ ਆ, ਮੈਨੂੰ ਲੱਭ ਲੈਂਦਾ ਆ। ਪਿਤਾ ਪਰਮੇਸ਼ਰ ਕਹਿੰਦਾ ਆ ਕਿ ਮੈਂ ਇਨਸਾਨ ਨੂੰ ਪਿਆਰ ਕਰਦਾ ਆ, ਪਰ ਉਹ ਪਾਪ ਨੂੰ ਨਫ਼ਰਤ ਕਰਦਾ ਆ, ਪਾਪ ਨੂੰ ਉਹ ਸਹਿਣ ਨਹੀਂ ਕਰ ਸਕਦਾ। ਇਸੇ ਤਰ੍ਹਾਂ ਜੇ ਸਾਡੇ ਆਤਮਿਕ ਜ਼ਿੰਦਗੀ ਦੇ ਆਤਮਿਕ ਬਾਗ ਦੇ ਵਿੱਚ ਪਾਪ ਆ ਗਿਆ ਆ ਤੇ ਅਸੀਂ ਉਸ ਨੂੰ ਕਿਸ ਤਰ੍ਹਾਂ ਕੱਢ ਸਕਦੇ ਆ? ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਅਸੀਂ ਆਪਣੀ ਆਤਮਿਕ ਜ਼ਿੰਦਗੀ ਦੇ ਵਿੱਚੋਂ ਉਸ ਪਾਪ ਨੂੰ ਕੱਢ ਸਕਦੇ ਹਾਂ। ਇਹ ਪਾਪ ਸਿਰਫ ਅਸੀਂ ਆਪਣੀ ਕੋਸ਼ਿਸ਼ ਦੇ ਨਾਲ ਨਹੀਂ ਕੱਢ ਸਕਦੇ ਕਿ ਅਸੀਂ ਕੋਸ਼ਿਸ਼ ਕਰ ਲਈਏ ਕਿ ਸਾਡੀ ਜ਼ਿੰਦਗੀ ਦੇ ਵਿੱਚੋਂ ਨਿਕਲ ਜਾਵੇ। ਇਹ ਸਿਰਫ ਯਿਸੂ ਮਸੀਹ ਦੇ ਰਾਹੀਂ ਅਸੀਂ ਮੁਕਤੀ ਪਾ ਸਕਦੇ, ਯਿਸੂ ਮਸੀਹ ਦੇ ਰਾਹੀਂ ਅਸੀਂ ਇਸ ਪਾਪ ਦੇ ਉੱਤੇ ਫਤਿਹ ਪਾ ਸਕਦੇ ਹਾਂ। ਪਰਮੇਸ਼ਰ ਨੇ ਆਦਮ ਨੂੰ ਹੁਕਮ ਦਿੱਤਾ ਕਿ ਤੂੰ ਇਸ ਦੀ ਰਾਖੀ ਕਰ, ਨਾਲੇ ਬਾਹੀ ਕਰ। ਇਸ ਪਰਮੇਸ਼ਰ ਨੇ ਆਦਮ ਤੇ ਹਵਾ ਨੂੰ ਹੁਕਮ ਦਿੱਤਾ। ਪਰ ਅਸੀਂ ਦੇਖਦੇ ਹਾਂ ਕਿ ਆਪਾਂ ਸਾਰੇ ਵੀ ਉਸ ਹੁਕਮ ਦੀ ਪਾਲਣਾ ਨਹੀਂ ਕਰਦੇ ਹੈਗੇ, ਕਿਉਂਕਿ ਸਾਨੂੰ ਆਤਮਿਕ ਜ਼ਿੰਦਗੀ ਦੇ ਵਿੱਚ ਬਦਲਣਾ ਚਾਹੀਦਾ। ਆਤਮਿਕ ਜ਼ਿੰਦਗੀ ਦੇ ਵਿੱਚ ਸਾਨੂੰ ਰਾਖੀ ਕਰਨੀ ਚਾਹੀਦੀ ਆ। ਵਚਨ ਦੇ ਵਿੱਚ ਲਿਖਿਆ ਇਹ ਸਰੀਰ ਜਿਹੜਾ ਸਾਡੀ ਜੋ ਮਿੱਟੀ ਆ, ਇਸ ਤੋਂ ਪਰਮੇਸ਼ਰ ਚਾਹੁੰਦਾ ਆ ਇਸ ਜ਼ਿੰਦਗੀ ਦੇ ਵਿੱਚ ਸਾਡੇ ਤੋਂ ਉਹ ਫਲ ਲੈਣਾ ਚਾਹੁੰਦਾ ਆ, ਜੋ ਕਿ ਵਚਨ ਦੇ ਵਿੱਚ ਅਸੀਂ ਦੇਖਦੇ ਆ। ਇਫਸੀਆਂ ਦੇ ਵਿੱਚ ਜਦੋਂ ਅਸੀਂ ਦੇਖਦੇ ਆ ਕਿ ਪਰਮੇਸ਼ਰ ਦੇ ਵਚਨ 'ਚ ਲਿਖਿਆ ਹੋਇਆ ਆ ਕਿ ਮੈਂ ਤੁਹਾਨੂੰ 9 ਫਲ ਦਿੱਤੇ। ਉਹ ਚਾਹੁੰਦਾ ਆ ਕਿ ਸਾਡੀ ਜ਼ਿੰਦਗੀ 'ਚ ਆਤਮਿਕ ਫਲ ਹੋਣ। ਮੈਂ ਤੁਹਾਨੂੰ ਉਸ ਸਿੰਜੇ ਹੋਏ ਬਾਗ ਦੀ ਤਰ੍ਹਾਂ ਮੈਂ ਵਧਾਉਣਾ ਚਾਹੁੰਦਾ ਆ, ਜਿਹਦੇ ਵਿੱਚੋਂ ਪਾਣੀ ਨਹੀਂ ਮੁੱਕਦਾ ਹੈਗਾ। ਉਸ ਸਿੰਜੇ ਹੋਏ ਬਾਗ ਦੇ ਵਿੱਚ ਜਿਸ ਵਿੱਚ ਹਰਿਆਲੀ ਆ, ਮੈਂ ਤੁਹਾਨੂੰ ਉਸ ਤਰ੍ਹਾਂ ਦੇ ਬਣਾਉਣਾ ਚਾਹੁੰਦਾ ਆ। ਕਿਉਂਕਿ ਵਚਨ ਦੇ ਵਿੱਚ ਜਦੋਂ ਅਸੀਂ ਦੇਖਦੇ ਆ ਕਿ ਵਚਨ ਦੇ ਵਿੱਚ 9 ਗਿਫਟ ਆ, ਉਹ ਆਤਮਿਕ ਫਲ ਸਾਡੀਆਂ ਜ਼ਿੰਦਗੀਆਂ 'ਚ ਹੋਣੇ ਚਾਹੀਦੇ। ਉਹ ਆਤਮਿਕ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਹੋਣਾ ਚਾਹੀਦਾ। ਪ੍ਰੇਮ, ਆਨੰਦ, ਖੁਸ਼ੀ ਹੋਣੀ ਚਾਹੀਦੀ ਆ, ਦਿਆਲਗੀ ਹੋਣੀ ਚਾਹੀਦੀ ਹੈ, ਤੀਰਜੀ ਹੋਣੀ ਚਾਹੀਦੀ ਆ, ਭਲਾਈ ਹੋਣੀ ਚਾਹੀਦੀ ਆ, ਵਫਾਦਾਰੀ ਹੋਣੀ ਚਾਹੀਦੀ ਹੈ, ਸੰਜਮ ਹੋਣਾ ਚਾਹੀਦਾ ਔਰ ਨਰਮਾਈ ਹੋਣੀ ਚਾਹੀਦੀ ਆ। ਸਾਡੇ ਆਤਮਾ ਦੇ ਫਲ ਇਹ ਆ। ਹਾਲੇਲੂਇਆ, ਪ੍ਰੇਜ਼ ਦ ਲਾਰਡ। ਪਿਤਾ ਪਰਮੇਸ਼ਰ ਦੇ ਨਾਮ ਨੂੰ ਜਲਾਲ ਦਿੰਦੇ ਆ ਕਿ ਉਹ ਸਾਨੂੰ ਸਿੰਜੇ ਹੋਏ ਬਾਗ ਦੀ ਤਰ੍ਹਾਂ ਬਣਾਉਣਾ ਚਾਹੁੰਦਾ ਆ। ਸਾਡੀਆਂ ਜ਼ਿੰਦਗੀਆਂ ਦੇ ਵਿੱਚ ਉਹ ਹਰਿਆ ਭਰਿਆ ਸਾਨੂੰ ਦੇਖਣਾ ਚਾਹੁੰਦਾ। ਉਹ ਇਹ ਚਾਹੁੰਦਾ ਹੈ ਕਿ ਸਾਡੇ ਵਿੱਚ 9 ਫਲ ਹੋਣ। ਪਰ ਉਹ 9 ਫਲ ਸਾਡੀਆਂ ਜ਼ਿੰਦਗੀਆਂ ਵਿੱਚ ਇਸ ਕਰਕੇ ਹੋ ਸਕਦੇ ਆ ਜਦੋਂ ਅਸੀਂ ਆਪਣੇ ਪਰਮੇਸ਼ਰ ਨੂੰ ਖੁਸ਼ ਰੱਖਾਂਗੇ, ਜਦੋਂ ਅਸੀਂ ਆਪਣੇ ਪਰਮੇਸ਼ਰ ਦੇ ਉੱਤੇ ਆਪਣੇ ਪਰਮੇਸ਼ਰ ਨੂੰ ਪ੍ਰਸੰਨ ਕਰਾਂਗੇ, ਆਪਣੇ ਪਰਮੇਸ਼ਰ ਦੇ ਵਾਅਦਿਆਂ ਦੇ ਮੁਤਾਬਕ ਚੱਲਾਂਗੇ। ਫਿਰ ਸਾਡੇ ਵਿੱਚ ਪਿਆਰ, ਆਨੰਦ, ਸ਼ਾਂਤੀ, ਦਿਆਲਗੀ, ਭਲਾਈ ਆ ਸਕਦੀ
ਸਕਦੀ ਹੈ, ਸੰਜਮ ਆ ਸਕਦੀ ਆ, ਤੀਰ ਜਾ ਸਕਦੀ ਆ। ਪਿਤਾ ਪਰਮੇਸ਼ਰ ਕਹਿੰਦਾ ਆ ਇਹ ਫਲ ਮੈਂ ਜਦੋਂ ਤੁਸੀਂ ਮੇਰੇ ਵਾਅਦਿਆਂ ਦੇ ਮੁਤਾਬਕ ਚੱਲੋਗੇ, ਮੇਰੇ ਹੁਕਮਾਂ ਦੇ ਮੁਤਾਬਕ ਚੱਲੋਗੇ, ਮੈਂ ਤੁਹਾਡੇ ਤੋਂ ਪ੍ਰਸੰਨ ਹੋਣਾ। ਇਹ ਆਤਮਿਕ ਫਲ ਸਾਡੀਆਂ ਜ਼ਿੰਦਗੀਆਂ 'ਚ ਹੋਣੇ ਚਾਹੁੰਦੇ ਆ। ਅਸੀਂ ਜੇ ਸਾਡੀ ਜ਼ਿੰਦਗੀ ਦੇ ਵਿੱਚ ਇਹ ਫਲ ਹੋਣਗੇ ਤਾਂ ਅਸੀਂ ਹਰੇ ਭਰੇ ਰਵਾਂਗੇ, ਉਸ ਬ੍ਰਿਕਸ਼ ਦੀ ਤਰ੍ਹਾਂ ਹੋਵਾਂਗੇ ਜੋ ਲਹਿਲਾ ਹੁੰਦਾ ਆ, ਉਸ ਬ੍ਰਿਕਸ਼ ਦੀ ਤਰ੍ਹਾਂ ਹੋਵਾਂਗੇ। ਜ਼ਬੂਰ ਦੇ ਵਿੱਚ ਲਿਖਿਆ ਹੋਇਆ ਆ, ਜ਼ਬੂਰ ਦੇ ਵਿੱਚ ਜਦੋਂ ਅਸੀਂ ਦੇਖਦੇ ਆ, ਜ਼ਬੂਰ ਪਹਿਲੇ ਦੇ ਵਿੱਚ ਜਦੋਂ ਅਸੀਂ ਦੇਖਦੇ ਆ, ਪਵਿੱਤਰ ਸ਼ਾਸਤਰ ਦੇ ਵਿੱਚ ਲਿਖਿਆ ਹੋਇਆ ਜ਼ਬੂਰ 1 ਉਹਦੀ ਚੈਪਟਰ 1 ਉਹਦੀ 10 ਆਇਤ ਦੇ ਵਿੱਚ ਲਿਖਿਆ, ਉਸ ਬ੍ਰਿਕਸ਼ ਦੇ ਵਰਗਾ ਹੋਵੇਗਾ ਜੋ ਪਾਣੀ ਦੀਆਂ ਨਦੀਆਂ ਉੱਤੇ ਲਾਇਆ ਹੋਇਆ, ਜਿਹੜਾ ਰੁੱਤ ਸਿਰ ਆਪਣਾ ਫਲ ਦਿੰਦਾ ਆ, ਜਿਹਦੇ ਪੱਤੇ ਨਹੀਂ ਕਮਲਾਉਂਦੇ, ਔਰ ਜੋ ਕੁਝ ਕਰੇ ਉਹ ਸਫਲ ਹੁੰਦਾ ਆ। ਤੇ ਤਾਂ ਹੀ ਉਹ ਸਫਲ ਹੋ ਸਕਦਾ ਇਨਸਾਨ ਜੋ ਪਰਮੇਸ਼ਰ ਨੂੰ ਖੁਸ਼ ਕਰ ਸਕਦਾ। ਇਹ 9 ਗਿਫਟ ਜਿਹੜੇ ਆ, ਇਹ 9 ਜਿਹੜੇ ਫਲ ਆ, ਇਹ ਪਰਮੇਸ਼ਰ ਸਾਡੀਆਂ ਜ਼ਿੰਦਗੀਆਂ 'ਚ ਦੇਖਣਾ ਚਾਹੁੰਦਾ ਆ। ਆਦਮ ਨੂੰ ਉਹਨੇ ਕਿਹਾ ਕਿ ਬਾਹੀ ਕਰੇ ਅਦਨ ਦੇ ਬਾਗ ਦੀ। ਅੱਜ ਉਹ ਸਾਨੂੰ ਕਹਿੰਦਾ ਆ ਤੁਹਾਡੇ ਆਤਮਿਕ ਜ਼ਿੰਦਗੀ ਦੇ ਵਿੱਚ ਤੁਸੀਂ ਬਾਹੀ ਕਰੋ। ਵਾਹੀ ਕੀ ਹੈ? ਅਸੀਂ ਉਹ ਜੋ ਪਰਮੇਸ਼ਰ ਚਾਹੁੰਦਾ ਆ, ਜਦੋਂ ਅਸੀਂ ਵਾਹੀ ਕਰਾਂਗੇ ਆਪਣੇ ਵਿੱਚੋਂ ਗੁੱਸਾ, ਕ੍ਰੋਧ, ਈਰਖਾ, ਪਾਪ ਕੱਢ ਦੇਵਾਂਗੇ। ਇਹ ਜਿਹੜੇ ਪਰਮੇਸ਼ਰ ਦੇ ਵਚਨ ਦੇ ਵਿੱਚ 9 ਗਿਫਟਾਂ ਆ, ਇਹ ਪਰਮੇਸ਼ਰ ਕਹਿੰਦਾ ਮੈਂ ਤੁਹਾਡੇ ਤੋਂ ਖੁਸ਼ ਹੋਊਂਗਾ। ਜਦੋਂ ਤੁਸੀਂ ਵੱਧਦੇ ਆ, ਫੁੱਲਦੇ ਆ, ਹਰੇ ਭਰੇ ਹੁੰਦੇ ਆ, ਤਾਂ ਮੇਰਾ ਜਲਾਲ ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਹੁੰਦਾ ਆ। ਅਸੀਂ ਦੇਖਦੇ ਆ ਕਿ ਦੂਸਰਾ ਬਾਗ, ਪਹਿਲਾ ਬਾਗ ਆ ਅਦਨ ਦਾ ਬਾਗ, और ਅਸੀਂ दूसरे बाग उत्ते गौर करेंगे। दूसरा बाग आ गतसमनी बाग। गतसमनी दे विच ਜਦੋਂ ਅਸੀਂ ਦੇਖਦੇ ਹਾਂ ਯਿਸੂ ਮਸੀਹ ਜੋ ਕਿ ਗਤਸਮਨੀ ਦਾ ਬਾਗ ਆ, ਗਤਸਮਨੀ ਦੇ ਵਿੱਚ ਅਸੀਂ ਦੇਖਦੇ ਆ ਯਹੂਨਾ ਦੀ ਅੰਜੀਲ ਦੇ ਵਿੱਚ, ਜਦੋਂ ਅਸੀਂ ਦੇਖਦੇ ਆ ਯਹੂਨਾ ਦੀ ਅੰਜੀਲ ਚੈਪਟਰ 18 ਦੇ ਵਿੱਚ, ਚੈਪਟਰ 18 ਦੇ ਵਿੱਚ ਜਦੋਂ ਅਸੀਂ ਦੇਖਦੇ ਆ ਤਾਂ ਪਵਿੱਤਰ ਸ਼ਾਸਤਰ ਦੇ ਵਿੱਚ ਲਿਖਿਆ ਯਿਸੂ ਮਸੀਹ ਜਦੋਂ ਗਤਸਮਨੀ ਦੇ ਵਿੱਚ ਗਏ ਆ। ਗਤਸਮਨੀ ਦੇ ਵਿੱਚ ਅਸੀਂ ਸਾਰੇ ਲੋਕ ਜਾਣਦੇ ਆ ਕਿ ਯਿਸੂ ਮਸੀਹ ਨੇ ਉੱਥੇ ਦੁਆ ਕੀਤੀ, ਜਦੋਂ ਪ੍ਰਾਰਥਨਾ ਕੀਤੀ, ਜਦੋਂ ਉਹਨੂੰ ਸਲੀਬ ਤੇ ਚੜਾਇਆ, ਉਹਨੂੰ ਫੜਨ ਤੋਂ ਪਹਿਲਾਂ ਜਦੋਂ ਯਹੂਦਾ ਇਸਕਰਿਓਤੀ ਨੇ ਗਤਸਮਨੀ ਦੇ ਵਿੱਚ ਆਉਣਾ ਸੀ, ਯਿਸੂ ਮਸੀਹ ਨੂੰ ਪਕੜਾਉਣਾ ਸੀ, ਤਾਂ ਉਸਨੇ ਪਹਿਲੇ ਪ੍ਰਾਰਥਨਾ ਕੀਤੀ, ਆਪਣੇ ਪਰਮੇਸ਼ਰ ਅੱਗੇ ਪ੍ਰਾਰਥਨਾ ਕੀਤੀ ਔਰ ਉਹਨੇ ਕਿਹਾ ਕਿ ਮੈਂ ਬਹੁਤ ਉਦਾਸ ਹਾਂ। ਆਪਣੀ ਚੇਲਿਆਂ ਨੂੰ ਕਹਿੰਦਾ ਆ, ਆਪਣੇ ਮਤੀ ਦੇ ਵਿੱਚ ਕਹਿੰਦਾ ਆ ਕਿ ਮੈਂ ਬਹੁਤ ਉਦਾਸ ਹਾਂ, ਮੈਂ ਦਿਲਗੀਰ ਹਾਂ। ਜਦੋਂ ਅਸੀਂ ਮਤੀ 26 ਦੇ ਵਿੱਚ ਦੇਖਦੇ ਆ, ਚੈਪਟਰ 37 ਦੇ ਵਿੱਚ ਲਿਖਿਆ ਉਹ ਉਦਾਸ ਤੇ ਦਿਲਗੀਰ ਹੋਣ ਲੱਗਾ। ਫਿਰ ਉਸਨੇ ਉਹਨੂੰ ਆਖਿਆ ਮੇਰਾ ਜੀ ਬਹੁਤ ਉਦਾਸ ਹੈ, ਸਗੋਂ ਮਰਨ ਦੇ ਦਰਜੇ ਤੀਕ ਹੈ, ਤੁਸੀਂ ਇੱਥੇ ਠਹਿਰੋ ਅਤੇ ਮੇਰੇ ਨਾਲ ਜਾਗਦੇ ਰਹੋ। ਯਿਸੂ ਮਸੀਹ ਜਿਹੜਾ ਆ ਆਪਣੇ ਚੇਲਿਆਂ ਨੂੰ ਕਹਿੰਦਾ ਮੈਂ ਬਹੁਤ ਉਦਾਸ ਹਾਂ, ਮੈਂ ਬਹੁਤ ਦਿਲਗੀਰ ਹਾਂ। ਅਸੀਂ ਦੇਖ ਲਈਏ ਕਿ ਜਦੋਂ ਇਨਸਾਨ ਪਰੇਸ਼ਾਨ ਹੁੰਦਾ, ਦੁਖੀ ਹੁੰਦਾ, ਉਹ ਇਕੱਲਾ ਨਹੀਂ ਰਹਿਣਾ ਚਾਹੁੰਦਾ, ਉਹ ਮੰਗਦਾ ਕਿ ਮੇਰੇ ਆਸੇ ਪਾਸੇ ਕੋਈ ਲੋਕ ਹੋਣ। ਪਰ ਯਿਸੂ ਮਸੀਹ ਤੇ ਕਹਿੰਦਾ ਮੈਂ ਬਹੁਤ ਉਦਾਸ ਹਾਂ, ਮੈਂ ਬਹੁਤ ਦਿਲਗੀਰ ਹਾਂ, ਤੁਸੀਂ ਮੇਰੇ ਨਾਲ ਠਹਿਰੋ ਤੇ ਜਾਗਦੇ ਰਹੋ। ਪਰ ਅਸੀਂ ਦੇਖਦੇ ਹਾਂ ਕਿ ਚੇਲੇ ਜਾਗਦੇ ਨਹੀਂ ਰਹੇ, ਚੇਲੇ ਸੋ ਗਏ। ਉਸ ਟਾਈਮ ਉਹਨਾਂ ਨੂੰ ਇੰਨੀ ਨੀਂਦ ਆਉਂਦੀ ਸੀ। ਯਿਸੂ ਮਸੀਹ ਜਦੋਂ ਉੱਥੇ ਦੁਆ ਕਰਨ ਜਾਂਦੇ ਆ ਗਤਸਮਨੀ ਦੇ ਵਿੱਚ, ਤਾਂ ਉਹ ਜਿਹੜਾ ਪਸੀਨਾ ਆ ਉਹਦੀਆਂ ਬੂੰਦਾਂ ਬਣ ਕੇ, ਉਸ ਪਸੀਨੇ ਦੀਆਂ ਬੂੰਦਾਂ ਬਣ ਕੇ ਖੂਨ ਦੀ ਤਰ੍ਹਾਂ ਬਹਿ ਰਿਹਾ ਆ। ਅਸੀਂ ਦੇਖਦੇ ਹਾਂ ਕਿ ਅਦਨ ਬਾਗ ਦੇ ਵਿੱਚ ਪਰਮੇਸ਼ਰ ਨੇ ਹੁਕਮ ਦਿੱਤਾ ਕਿ ਆਦਮ ਤੂੰ ਇਹ ਫਲ ਨਹੀਂ ਖਾਣਾ, ਹਵਾ ਤੂੰ ਇਹ ਫਲ ਨਹੀਂ ਖਾਣੀ। ਪਰ ਅਦਨ ਦੇ ਬਾਗ ਦੇ ਵਿੱਚ ਆਦਮ ਤੇ ਹਵਾ ਨੇ ਉਲੰਘਣਾ ਕੀਤੀ। ਇਸੇ ਤਰ੍ਹਾਂ ਅਦਨ ਦੇ ਬਾਗ ਦੇ ਵਿੱਚ ਜਦੋਂ ਉਲੰਘਣਾ ਕੀਤੀ, ਤਾਂ ਇਸੇ ਤਰ੍ਹਾਂ ਗਤਸਮਨੀ ਦੇ ਬਾਗ ਦੇ ਵਿੱਚ ਯਿਸੂ ਮਸੀਹ ਸਲੀਬ ਜਾਣ ਤੋਂ ਪਹਿਲਾਂ ਬੂੰਦਾਂ ਉਹਦੀਆਂ ਬਾਗ ਦੇ ਵਿੱਚ ਡਿੱਗੀਆਂ, ਕਿਉਂਕਿ ਪਰਮੇਸ਼ਰ ਨੇ ਜਦੋਂ ਆਦਮ ਤੇ ਹਵਾ ਨੂੰ ਅਦਨ ਦੇ ਬਾਗ ਦੇ ਵਿੱਚ ਕਿਹਾ ਕਿ ਤੁਸੀਂ ਫਲ ਨਹੀਂ ਖਾਣਾ, ਇਸੇ ਤਰ੍ਹਾਂ ਗਤਸਮਨੀ ਦੇ ਵਿੱਚ ਪਰਮੇਸ਼ਰ ਦੇ ਪੁੱਤਰ ਦੀਆਂ ਖੂਨ ਬਹਿ ਗਿਆ। ਜੋ ਪਸੀਨਾ ਸੀ ਉਹਦੀਆਂ ਬੂੰਦਾਂ ਬਣ ਕੇ ਉਸ ਜੋ ਹੁਕਮ ਦੀ ਨਾਫਰਮਾਨੀ ਕੀਤੀ ਸੀ, ਉਸ ਅਦਨ ਦੇ ਬਾਗ ਦੇ ਵਿੱਚ ਗਤਸਮਨੀ ਦੇ ਵਿੱਚ ਉਸ ਨੂੰ ਪੂਰਾ ਹੁੰਦੇ ਅਸੀਂ ਦੇਖਦੇ ਆ ਕਿ ਉਹਦੀਆਂ ਖੂਨ ਦੀਆਂ ਬੂੰਦਾਂ ਬਣ ਕੇ ਪਰਮੇਸ਼ਰ ਦੇ ਪੁੱਤਰ ਦੀਆਂ ਬਹਿੰਦੀਆਂ। ਯਿਸੂ ਮਸੀਹ ਨੂੰ ਪਤਾ ਆ ਕਿ ਹੁਣ ਮੈਨੂੰ ਥੋੜੇ ਸਮੇਂ ਬਾਅਦ
ਕਰਨੀ ਆ, ਮੈਨੂੰ ਸਲੀਬ ਦੇ ਉੱਤੇ ਚੜਾਏ ਜਾਣਾ ਆ। ਉਹ ਦੁਆ ਕਰ ਰਿਹਾ ਆ, 3 ਵਾਰੀ ਚੇਲਿਆਂ ਦੇ ਕੋਲ ਆਉਂਦਾ ਆ। 3 ਵਾਰੀ ਅਸੀਂ ਦੇਖਦੇ ਆ ਕਿ ਉਹ ਕਹਿੰਦਾ ਜਾਗਦੇ ਰਹੋ, ਦੁਆ ਕਰੋ। ਉਸਨੇ ਆਪਣੇ ਚੇਲਿਆਂ ਨੂੰ ਕਿਹਾ 26 ਦੀ 41 ਵਿੱਚ ਕਿਹਾ ਜਾਗਦੇ ਰਹੋ ਤੇ ਪ੍ਰਾਰਥਨਾ ਕਰੋ ਜੋ ਤੁਸੀਂ ਪਰਤਾਵੇ ਵਿੱਚ ਨਾ ਪਵੋ। ਆਤਮਾ ਤਾਂ ਤਿਆਰ ਹੈ ਪਰ ਸਰੀਰ ਕੀ ਆ, ਕਮਜ਼ੋਰ ਆ। ਅਸੀਂ ਬਹੁਤ ਸਾਰੇ ਲੋਕ ਆ ਅਸੀਂ ਦੁਆ ਨਹੀਂ ਕਰਨੀ ਮੰਗਦੇ। ਕਿਉਂ? ਕਿਉਂਕਿ ਆਤਮਾ ਸਾਡੀ ਕਹਿੰਦੀ ਆ ਕਿ ਦੁਆ ਕਰੀਏ, ਪਰ ਸਰੀਰ ਜਿਹੜਾ ਆ ਉਹ ਕਮਜ਼ੋਰ ਹੋ ਜਾਂਦਾ। ਪਰ ਅਸੀਂ ਦੇਖਦੇ ਆ ਕਿ ਲੋਕ ਜੇ ਮੂਵੀ ਲਾ ਲੇਗੇ, ਮੂਵੀ ਲਈ 2-2 2.5 ਘੰਟੇ ਦੀ ਮੂਵੀ ਦੇਖ ਲੈਣਗੇ, ਇੰਜੋਏ ਕਰਨਗੇ ਖੁਸ਼ੀ ਦੇ ਨਾਲ, ਚੁਸਤੀ ਦੇ ਨਾਲ, ਕਿ ਕੋਈ ਸੀਨ ਨਿਕਲ ਨਾ ਜਾਵੇ। ਇਸੇ ਤਰ੍ਹਾਂ 2-2 2.5 ਘੰਟੇ ਮੂਵੀ ਦੇਖ ਸਕਦੇ ਆ, ਪਰ ਜਦੋਂ ਦੁਆ ਦਾ ਕਹਿ ਦੋ ਬਸ ਉਦੋਂ ਨੀਂਦ ਆਉਣ ਲੱਗ ਪੈਂਦੀ ਆ। ਇਹ ਪਰਮੇਸ਼ਰ ਦੇ ਵਚਨ 'ਚ ਲਿਖਿਆ ਆ ਕਿ ਆਤਮਾ ਤਾਂ ਤਿਆਰ ਹੈ, ਸਰੀਰ ਕਮਜ਼ੋਰ ਆ, ਸਰੀਰ ਢਿੱਲਾ ਪੈ ਜਾਂਦਾ ਆ, ਉਦੋਂ ਉਹਨਾਂ ਨੂੰ ਨੀਂਦ ਆਉਣ ਲੱਗ ਪੈਂਦੀ ਆ। ਜਦੋਂ ਅਸੀਂ ਦੇਖਦੇ ਆ ਜਦੋਂ ਦੁਆ ਦਾ ਸਮਾਂ ਆਉਂਦਾ ਆ ਤਾਂ ਲੋਕ ਕਿਉਂਕਿ ਇੱਕ ਬਸ ਦੁਆ ਕਰਨ ਦੀ ਡੇਰਾ ਸ਼ੁਰੂ ਕਰ ਦੋ। ਕਈ ਲੋਕ ਤਾਂ ਜਦੋਂ ਦੁਆ ਸ਼ੁਰੂ ਹੀ ਕਰਦੇ ਆ ਬਸ ਉਦੋਂ ਹੀ ਨੀਂਦ ਆਉਣ ਲੱਗ ਪੈਂਦੀ ਆ। ਬਹੁਤ ਜ਼ਰੂਰੀ ਆ ਕਿ ਅਸੀਂ ਅਜ਼ਮਾਇਸ਼ਾਂ 'ਚ ਨਾ ਪਈਏ, ਅਸੀਂ ਦੁੱਖਾਂ ਵਿੱਚ ਨਾ ਪਈਏ। ਵਚਨ ਕਹਿੰਦਾ ਆ ਕਿ ਤੁਸੀਂ ਦੁਆ ਕਰਦੇ ਰਹੋ ਕਿ ਤੁਸੀਂ ਮੁਸ਼ਕਿਲਾਂ 'ਚ ਨਾ ਪਵੋ, ਪਰਤਾਵੇ ਵਿੱਚ ਨਾ ਪਵੋ, ਆਤਮਾ ਦੇ ਵਿੱਚ ਦਲੇਰੀ ਦੇ ਨਾਲ बढ़ते जाओ। क्योंकि परमेश्वर के वचन च लिखा है बहुत जरूरी है साडे लई दुआ करनी असी ताकि अजमाइशा विच ना पईए। परमेश्वर दा पुत्र फिर तीसरी बारी उन्हां दे कोल आउंदा, ओ कहंदा अपने चेलियां दे कोल आण के कहंदा आ जदों असी देखदे आ मती 26 दी 45 ते 46 विच फिर चेलियां कोल आण के उन्हां नूं आख्या हुण तुसी सुत्ते रहो। कहंदा कि हुण फिर तुसी सुत्ते ही रहो, जे तुसी जागदे नहीं रहना ठीक आ, तुसी हुण सुत्ते रहो। उन्हां नूं आख्या हुण तुसी सुत्ते रहो ते विश्राम करो, ठीक है, फिर तुसी आराम ही करो। वेखो घड़ी आ गई है, मनुख दा पुत्र पापियां दे हथों फड़वाया जांदा है। उठो चलिए, वेखो मेरा फड़वाउण वाला मेरे नेड़े आ गया। हालेलुया। यीशु मसीह जदों उन्हां दे कोल आउंदे आ उन्हां नूं सुत्तियां देखदे आ, 2 वारी उन्हां कोल आया, उन्हां नूं कहंदा उठो, जागो जागो, दुआ करो, तुसी परतावे विच ना पियो। पर वो कुकी दे विच आ, नींद दे विच आ। पर यीशु मसीह कहंदा ठीक है, फिर जे हुण तुसी सुत्ते आ। सानू भी इसी तरह परमेश्वर ने मर्जी ठहराई है, ठीक है। परमेश्वर कहंदा है कि मेरी मर्जी करो, मेरे हुक्मां दे मुताबिक चलो। पर इंसान अपनी मर्जी करता है, इंसान अपनी मर्जी करता। परमेश्वर ने अपनी मर्जी किया, ठीक है। अंत दे तोड़ी जदों तुसी मेरे न्याय दे सामने होंगे तां मेरा पिता जिहड़ा आ जदों तुहाडा न्याय करेगा। ये उन्हें सानू मर्जी दित्ती होई आ कि असीं उहदे हुक्मां दे मुताबिक चलदे आ, उहदे हुक्मां दे मुताबिक बहने आ, उहदे हुक्मां दे मुताबिक तुरे फिरदे आ। क्योंकि वचन कहंदा आ कि तुसी परतावे विच ना पाओ। जदों असीं परतावे विच पै जाने आ फिर असीं मुश्किलां विच आ जाने आ। परमेश्वर दे वचन च लिखिआ आ कि जदों तीसरी वारी उन्हां दे कोल आउंदा आ ते कहंदा है कि उठो, मेरा फड़वाउण वाला मेरे कोल आ गया आ। इसी तरह असीं देखदे आ अदन दे बाग दे विच, पहले बाग दे विच सप दे रूप दे विच शैतान आउंदा आ। अदन दे बाग दे विच सप दे रूप दे विच शैतान आउंदा आ। गतसमनी दे विच असीं देखदे आ कि यहूदा इक्सर दे ज्योति दे राही शैतान कम करदा आ। प्रेज द लॉर्ड, हालेलुया। यीशु के नाम की स्तुति होवे, ओदे नाम दी वडियाई होवे। असीं देखदे आ कि अदन दे बाग दे विच सप आण के हवा नूं कहंदा आ कि ये फल जे तू खा लोगी तेरियां अखियां नूं पौंदा आ, अखियां खुल जाणगियां। पर गतसमनी दे विच असीं देखदे आ यहूदा इक्सर ज्योति दे राही शैतान कम करदा आ। हालेलुया, Hallelujah. Praise the Lord Jesus। परमेश्वर दे नाम नूं जलाल दिन्ने आ। अदन दे बाग दे विच आदम फस गया। अदन दे बाग दे विच जो आदम नूं बनाया होया सी, अदन दे बाग दे विच जो परमेश्वर ने अपने हत्थां दे नाल उस नूं बनाया, अपनी सूरत ते बनाया, अपनी छवि दे उत्ते बनाया, ओ आदम फस गया। पर असीं देखदे आ गतसमनी दे विच जो दूसरा
ਹਾਲੇਲੂਇਆ ਪ੍ਰੇਜ਼ ਦਾ ਲਾਰਡ ਪ੍ਰੇਜ਼ ਦਾ ਲਾਰਡ ਅਦਨ ਦੇ ਬਾਗ ਦੇ ਵਿੱਚ ਸ਼ੈਤਾਨ ਨੇ ਇਨਸਾਨ ਨੂੰ ਹਰਾਇਆ ਅਦਨ ਦੇ ਬਾਗ ਦੇ ਵਿੱਚ ਸੱਪ ਨੇ ਸ਼ੈਤਾਨ ਨੇ ਇਨਸਾਨ ਨੂੰ ਹਰਾ ਦਿੱਤਾ ਪਰ ਗਤਸਮਨੀ ਦੇ ਬਾਗ ਦੇ ਵਿੱਚ ਸ਼ੈਤਾਨ ਨੂੰ ਯਿਸੂ ਨੇ ਹਰਾ ਦਿੱਤਾ ਸ਼ੈਤਾਨ ਨੂੰ ਯਿਸੂ ਨੇ ਹਰਾ ਦਿੱਤਾ ਸ਼ੈਤਾਨ ਨੂੰ ਹਾਰ ਹੋਈ ਪ੍ਰੇਜ਼ ਦਾ ਲਾਰਡ ਯਿਸੂ ਮਸੀਹ ਦੇ ਨਾਮ ਨੂੰ ਅਸੀਂ ਜਲਾਲ ਦਿੰਦੇ ਹਾਂ ਕਿਉਂਕਿ ਪਹਿਲੇ ਬਾਗ ਦੇ ਵਿੱਚ ਅਦਨ ਦਾ ਬਾਗ ਦੂਸਰਾ ਬਾਗ ਗਤਸਮਨੀ ਦਾ ਪਹਿਲੇ ਬਾਗ ਦੇ ਵਿੱਚ ਸ਼ੈਤਾਨ ਜਿਹੜਾ ਆ ਉਹ ਇਨਸਾਨ ਨੂੰ ਹਰਾ ਦਿੰਦਾ ਆ ਔਰ ਦੂਸਰੇ ਬਾਗ ਦੇ ਵਿੱਚ ਦੂਸਰਾ ਇਨਸਾਨ ਜਿਹੜਾ ਦੂਸਰਾ ਆਦਮੀ ਜਿਹੜਾ ਆ ਉਹ ਸ਼ੈਤਾਨ ਨੂੰ ਹਰਾ ਦਿੰਦਾ ਆ ਤੀਸਰਾ ਬਾਗ ਕਲਵਰੀ ਦਾ ਬਾਗ ਜਦੋਂ ਅਸੀਂ ਦੇਖਦੇ ਆ ਤੀਸਰਾ ਬਾਗ ਜਿਹੜਾ ਆ ਕਲਵਰੀ ਦਾ ਬਾਗ ਆ ਯਹੂਨਾ ਦੀ ਅੰਜੀਲ ਦੇ ਵਿੱਚ ਜਦੋਂ ਅਸੀਂ ਦੇਖਦੇ ਆ ਯਹੂਨਾ ਦੀ ਅੰਜੀਲ ਚੈਪਟਰ 19 ਉਹਦੀ 41 ਆਇਤ ਨੂੰ ਜਦੋਂ ਅਸੀਂ ਦੇਖਦੇ ਆ 41 ਆਇਤ ਨੂੰ ਜਦੋਂ ਅਸੀਂ ਪੜ੍ਹਦੇ ਆ ਪਵਿੱਤਰ ਸ਼ਾਸਤਰ ਦੇ ਬਾਈਬਲ ਦੇ ਵਿੱਚ ਲਿਖਿਆ ਔਰ ਉਸ ਥਾਂ ਜਿੱਥੇ ਉਹਨੂੰ ਸਲੀਬ ਉੱਤੇ ਚੜਾਇਆ ਸੀ ਇੱਕ ਬਾਗ ਸੀ ਅਤੇ ਉਸ ਬਾਗ ਵਿੱਚ ਇੱਕ ਨਵੀਂ ਕਬਰ ਸੀ ਜਿਸ ਦੇ ਵਿੱਚ ਕਦੇ ਕੋਈ ਨਹੀਂ ਸੀ ਰੱਖਿਆ ਗਿਆ ਤੀਸਰਾ ਬਾਗ ਜਿਹੜਾ ਕਲਵਰੀ ਦਾ ਬਾਗ ਪ੍ਰੇਜ਼ ਦਾ ਲਾਰਡ ਕਲਵਰੀ ਦਾ ਬਾਗ ਇਹ ਕਲਵਰੀ ਦਾ ਬਾਗ ਆ ਯਿਸੂ ਮਸੀਹ ਸਲੀਬ ਉੱਤੇ ਚੜਾਇਆ ਗਿਆ ਇਸ ਦਫਨਾਇਆ ਗਿਆ ਤੇ ਤੀਸਰੇ ਦਿਨ ਕਲਵਰੀ ਦੇ ਬਾਗ ਦੇ ਵਿੱਚੋਂ ਯਿਸੂ ਮਸੀਹ ਨੇ ਮੌਤ ਉੱਤੇ ਫਤਹ ਪਾ ਲਈ ਮੌਤ ਉੱਤੇ ਫਤਹ ਪਾ ਲਈ ਜਿਸ ਦੀ ਕਬਰ ਅੱਜ ਵੀ ਖਾਲੀ ਹੈ ਇਹ ਬਾਗ ਦੇ ਵਿੱਚ ਦੁਨੀਆ ਦਾ ਮੁਕਤੀਦਾਤਾ ਆ ਗਿਆ ਜੋ ਮੌਤ ਤੀਕਰ ਵਫਾਦਾਰ ਰਿਹਾ ਆਪਣੇ ਪਿਤਾ ਦੇ ਹੁਕਮ ਕਰਦਾ ਰਿਹਾ ਹਾਲੇਲੂਇਆ ਬਾਈਬਲ ਵਿੱਚ ਲਿਖਿਆ ਹੈ ਉਸਨੇ ਇਨਸਾਨ ਦੀ ਸ਼ਕਲ ਧਾਰੀ ਇਨਸਾਨ ਦੀ ਸ਼ਕਲ ਕਰਕੇ ਆਪਣੇ ਆਪ ਨੂੰ ਨੀਵਾਂ ਕੀਤਾ ਉਹਨੇ ਆਪਣੇ ਆਪ ਨੂੰ ਨੀਵਾਂ ਕਰ ਲਿਆ ਤੇ ਮੌਤ ਤੀਕਰ ਉਹ ਵਫਾਦਾਰ ਰਿਹਾ ਮੌਤ ਤੀਕਰ ਆਪਣੇ ਪਿਤਾ ਦਾ ਹੁਕਮ ਦੀ ਪਾਲਣਾ ਕਰਦਾ ਰਿਹਾ ਆਗਿਆਕਾਰੀ ਕਰਦਾ ਰਿਹਾ ਯਿਸੂ ਮਸੀਹ ਨੇ ਮੌਤ ਤੇ ਫਤਹ ਪਾ ਲਈ ਯਿਸੂ ਮਸੀਹ ਨੇ ਪਾਪ ਉੱਤੇ ਫਤਹ ਪਾ ਲਈ ਤੀਸਰੇ ਬਾਗ ਵਿੱਚ ਯਿਸੂ ਮਸੀਹ ਨੇ ਸਾਨੂੰ ਬਚਾ ਲਿਆ ਤੀਸਰੇ ਬਾਗ ਦੇ ਵਿੱਚ ਯਿਸੂ ਮਸੀਹ ਨੂੰ ਸੂਲੀ ਚੜਾਇਆ ਗਿਆ ਸਲੀਬ ਉੱਤੇ ਚੜਾਇਆ ਗਿਆ ਔਰ ਕਲਵਰੀ ਬਾਗ ਵਿੱਚ ਸਾਨੂੰ ਮੁਕਤੀ ਮਿਲੀ ਹਾਲੇਲੂਇਆ ਸਾਨੂੰ ਉੱਚਾ ਕੀਤਾ ਪਰਮੇਸ਼ਰ ਨੇ ਤੀਸਰੇ ਬਾਗ ਦੇ ਵਿੱਚ ਅਸੀਂ ਦੇਖਦੇ ਪਹਿਲੇ ਬਾਗ ਦੇ ਵਿੱਚ ਆਦਮ ਤੇ ਹਵਾ ਨੇ ਉਲੰਘਣਾ ਹੋ ਗਏ ਆਦਮ ਤੇ ਹਵਾ ਦਾ ਕਰਕੇ ਮੌਤ ਆ ਗਈ ਪਰ ਯਿਸੂ ਮਸੀਹ ਨੇ ਤੀਸਰੇ ਬਾਗ ਦੇ ਵਿੱਚ ਮੌਤ ਉੱਤੇ ਫਤਹ ਪਾ ਲਈ ਯਿਸੂ ਮਸੀਹ ਨੇ ਤੀਸਰੇ ਬਾਗ ਉੱਤੇ ਫਤਹ ਪਾ ਕੇ ਆਪਣੀ ਜ਼ਿੰਦਗੀ ਸਾਨੂੰ ਦੇ ਦਿੱਤੀ ਕਿਉਂਕਿ ਸਾਡਾ ਪਰਮੇਸ਼ਰ ਜਿਹੜਾ ਆ ਉਹ ਵਚਨ ਦੇ ਵਿੱਚ ਜਦੋਂ ਅਸੀਂ ਦੇਖਦੇ ਆ ਉਹਨੇ ਸਾਨੂੰ ਆਪਣੀ ਜ਼ਿੰਦਗੀ ਦਿੱਤੀ ਆ ਸਾਨੂੰ ਪਾਕ ਖਜੂਰੀ ਦੇ ਵਿੱਚ ਟੱਕ ਲਿਆ ਕਿਉਂਕਿ ਪਰਮੇਸ਼ਰ ਵਚਨ ਵਿੱਚ ਲਿਖਿਆ ਆ ਕਿ ਅਸੀਂ ਪਰਮੇਸ਼ਰ ਨੂੰ ਖੁਸ਼ ਕਰ ਸਕਦੇ ਆ ਪਰਮੇਸ਼ਰ ਨੂੰ ਅਸੀਂ ਕਿਸ ਤਰ੍ਹਾਂ ਖੁਸ਼ ਕਰ ਸਕਦੇ ਆ ਆਪਣੇ ਪੂਰੇ ਦਿਲ ਦੇ ਨਾਲ ਪੂਰੇ ਦਿਲ ਦੀ ਗਹਿਰਾਈ ਤੋਂ ਜਦੋਂ ਅਸੀਂ ਆਪਣੇ ਪਰਮੇਸ਼ਰ ਨੂੰ ਖੁਸ਼ ਕਰਦੇ ਆ ਤਾਂ ਪਰਮੇਸ਼ਰ ਕਹਿੰਦਾ ਮੈਂ ਅਜਿਹੇ ਲੋਕਾਂ ਨੂੰ ਲੱਭਦਾ ਫਿਰਦਾ ਮੈਂ ਅਜਿਹੇ ਭਗਤਾਂ ਨੂੰ ਲੱਭਦਾ ਫਿਰਦਾ ਆ ਪਰਮੇਸ਼ਰ ਦੇ ਵਚਨ ਚ ਲਿਖਿਆ ਇਹ ਉਦੋਂ ਹੀ ਹੋ ਸਕਦਾ ਆ ਇਹ ਉਦੋਂ ਹੀ ਪਰਮੇਸ਼ਰ ਸਾਨੂੰ ਮਿਲ ਸਕਦਾ ਹੈ ਜਦੋਂ ਅਸੀਂ ਰੂਹ ਔਰ ਸੱਚਾਈ ਦੇ ਨਾਲ ਉਹਦੀ ਇਬਾਦਤ ਕਰਦੇ ਰੂਹ ਔਰ ਸੱਚਾਈ ਦਾ ਪੂਰੇ ਦਿਲ ਤੋਂ ਪੂਰੀ ਜਾਨ ਤੋਂ ਪੂਰੇ ਬੁੱਧ ਤੋਂ ਉਹਨੂੰ ਪਿਆਰ ਕਰਦੇ ਆ ਤਾਂ ਹੀ ਅਸੀਂ ਫਲਦਾਇਕ ਹੋ ਸਕਦੇ ਆ ਕਿਉਂਕਿ ਉਹਨੇ ਵਚਨ ਚ ਕਹਿ ਦਿੱਤਾ ਆ ਆਇਜ਼ਿਆ 58 ਉਹਦੀ 11 ਦੇ ਵਿੱਚ ਉਹਨੇ ਕਿਹਾ ਆ ਯਹੋਵਾ ਤੇਰੀ ਅਗਵਾਈ ਕਰੇਗਾ
परमेश्वर च की लिखा है, ਅਸੀਂ ਜਦੋਂ ਪੂਰੀ ਬੁੱਧ ਦੇ ਨਾਲ ਪੂਰੇ ਪਿਆਰ ਦੇ ਨਾਲ ਉਹਨੂੰ ਲੱਭਦੇ ਆ, ਆਪਣੀ ਅਕਲ ਦੇ ਉੱਤੇ ਇਤਵਾਰ ਨਹੀਂ ਕਰਦੇ, ਅਸੀਂ ਉਹਨੂੰ ਰੂਹ ਔਰ ਸੱਚਾਈ ਦੇ ਨਾਲ ਪੂਰੀ ਬੁੱਧ ਦੇ ਨਾਲ ਪੂਰੀ ਆਪਣੀ ਬੁੱਧੀ ਦੇ ਨਾਲ ਉਹਨੂੰ ਪਿਆਰ ਕਰਦੇ ਆ। ਯਹੋਵਾ ਕਹਿੰਦਾ ਆ, ਫਿਰ ਉਹ ਪ੍ਰਸੰਨ ਹੁੰਦਾ। ਯਹੋਵਾ ਕਹਿੰਦਾ, ਯਹੋਵਾ ਤੇਰੀ ਅਗਵਾਈ ਸਦਾ ਕਰਦਾ ਰਹੇਗਾ, ਚੁਲਸਿਆਂ ਥਾਵਾਂ ਵਿੱਚ ਤੇਰੀ ਜਾਨ ਨੂੰ ਤ੍ਰਿਪਤ ਕਰੇਗਾ ਅਤੇ ਤੇਰੀਆਂ ਹੱਡੀਆਂ ਨੂੰ ਮਜ਼ਬੂਤ ਕਰੇਗਾ। ਭਾਵੇਂ ਅਸੀਂ ਬਜ਼ੁਰਗੀ ਹਾਲਤ 'ਚ ਵੀ ਹੋਈਏ, ਭਾਵੇਂ ਅਸੀਂ ਦੁੱਖਾਂ ਵਿੱਚ ਵੀ ਹੋਈਏ, ਭਾਵੇਂ ਅਸੀਂ ਬਿਮਾਰੀਆਂ ਵਿੱਚ ਵੀ ਹੋਈਏ, ਅਸੀਂ ਸੰਕਟਾਂ ਵਿੱਚ ਵੀ ਹੋਈਏ, ਉਹ ਕਹਿੰਦਾ ਮੈਂ ਤੁਹਾਡੀਆਂ ਹੱਡੀਆਂ ਨੂੰ ਨਰੋਇਆ ਕਰਾਂਗਾ, ਨੂੰ ਤਕੜਿਆ ਕਰ ਦੂੰਗਾ, ਮਜ਼ਬੂਤ ਕਰ ਦੂੰਗਾ। ਤੂੰ ਸਿੰਜੇ ਹੋਏ ਬਾਗ ਜਿਹਾ ਹੋਵੇਂਗਾ ਅਤੇ ਉਸ ਸੁੰਬ ਜਿਹਾ ਜਿਹਦਾ ਪਾਣੀ ਮੁੱਕਦਾ ਨਹੀਂ। ਹਾਲੇਲੂਇਆ, ਪ੍ਰੇਜ਼ ਦ ਲਾਰਡ। ਯਿਸੂ ਮਸੀਹ ਦੇ ਵਚਨ 'ਚ ਲਿਖਿਆ, ਜਿਸ ਤਰ੍ਹਾਂ ਯਿਸੂ ਮਸੀਹ ਪਿਤਾ ਦੇ ਹੁਕਮਾਂ ਨੂੰ ਪੂਰਾ ਕਰਦਾ ਆ, ਯਿਸੂ ਮਸੀਹ ਕਹਿੰਦਾ ਆ, ਜਿਹੜਾ ਮੇਰੇ ਪਿਤਾ ਦੇ ਹੁਕਮਾਂ ਨੂੰ ਪਾਲਣਾ ਪੂਰਾ ਕਰਦਾ ਆ, ਮੇਰੇ ਹੁਕਮਾਂ ਦੇ ਮੁਤਾਬਕ ਚੱਲਦਾ ਆ, ਮੈਂ ਉਹ ਸਿੰਜੇ ਹੋਏ ਬਾਗ ਦੀ ਤਰ੍ਹਾਂ ਉਹਨਾਂ ਨੂੰ ਬਣਾ ਦਊਂਗਾ। ਉਹਨਾਂ ਨੂੰ ਮੈਂ ਬਣਾ ਦਊਂਗਾ, ਉਹਨਾਂ ਦੇ ਵਿੱਚੋਂ ਉਹ ਨਦੀਆਂ ਬਹਾ ਦਊਂਗਾ ਜੋ ਹਰੇ ਭਰੇ ਰਹਿਣਗੇ। ਪਿਤਾ ਪਰਮੇਸ਼ਰ ਦੇ ਨਾਮ ਨੂੰ ਜਲਾਲ ਦਿੰਦੇ ਆ ਕਿ ਆਦਮ ਤੇ ਹਵਾ ਦੇ ਵਿੱਚ ਜੇ ਅਸੀਂ ਕਹੀਏ ਕਿ ਉਸਨੇ ਗੁਨਾਹ ਕੀਤਾ, ਉਸਨੇ ਹੁਕਮ ਨਹੀਂ ਮੰਨਿਆ, ਇਸੇ ਤਰ੍ਹਾਂ ਅਸੀਂ ਵੀ ਆ। ਪਰਮੇਸ਼ਰ ਨੇ ਸਾਨੂੰ ਬਹੁਤ ਦਾਇਤ ਬਰਕਤਾਂ ਦਿੱਤੀਆਂ ਹੋਈਆਂ ਆ, ਪਰਮੇਸ਼ਰ ਨੇ ਸਾਨੂੰ ਬਹੁਤ ਬਰਕਤਾਂ ਦੇ ਨਾਲ ਭਰਪੂਰ ਕੀਤਾ, ਪਰ ਅਸੀਂ ਫਿਰ ਆਗਿਆ ਕਰ ਲੈਂਦੇ ਆ। ਉਹ ਫਿਰ ਪਿਤਾ ਪਰਮੇਸ਼ਰ ਦੇ ਨਾਮ ਨੂੰ ਅਸੀਂ ਜਲਾਲ ਦਿੰਦੇ ਆ, ਜੋ ਸਾਮਰਥੀ ਪਿਤਾ ਪਰਮੇਸ਼ਰ ਆ। ਉਹ ਕਹਿੰਦਾ ਕਲਵਰੀ ਦੇ ਉੱਤੇ ਮੈਂ ਆਪਣੇ ਕਲਵਰੀ ਦੇ ਬਾਗ ਦੇ ਵਿੱਚ ਮੈਂ ਮੌਤ ਤੇ ਫਤਹ ਪਾ ਲਈ ਆ। ਮੌਤ ਤੇ ਉਹ ਫਤਹ ਪਾ ਲਈ ਜੋ ਕਬਰ ਕਦੀ ਰੱਜਦੀ ਨਹੀਂ ਗਈ। ਕਬਰ ਨੇ ਕਦੀ ਨਹੀਂ ਕਿਹਾ ਕਿ ਬਸ ਕਰ। ਕਬਰ ਇੱਕ ਅਜਿਹੀ ਚੀਜ਼ ਆ, ਕਬਰਾਂ ਵਿੱਚੋਂ ਕਬਰ ਇੱਕ ਅਜਿਹੀ ਚੀਜ਼ ਆ ਜੋ ਇਨਫ ਨਹੀਂ ਕਹਿੰਦੀ, ਉਹ ਇਹ ਨਹੀਂ ਕਹਿੰਦੀ ਵੀ ਬਸ। ਸਿਰਫ ਕਬਰ ਇੱਕ ਪਰਮੇਸ਼ਰ ਦੇ ਪੁੱਤਰ ਨੂੰ, ਯਿਸੂ ਮਸੀਹ ਨੂੰ ਰੱਖ ਨਾ ਸਕੀ। ਕਲਵਰੀ ਬਾਗ ਦੇ ਵਿੱਚ ਯਿਸੂ ਮਸੀਹ ਨੇ ਕਬਰ ਉੱਤੇ ਫਤਹ ਪਾ ਲਈ, ਮੁਕਤੀ ਸਾਨੂੰ ਦਿਲਾਤੀ। ਕਲਵਰੀ ਦੇ ਬਾਗ ਦੇ ਰਾਹੀਂ ਸਾਨੂੰ ਨਜ਼ਾਤ ਮਿਲ ਗਈ, ਮੁਕਤੀ ਮਿਲ ਗਈ। ਪਰਮੇਸ਼ਰ ਦਾ ਵਚਨ ਕਹਿੰਦਾ ਆ, ਤੁਸੀਂ ਵਫਾਦਾਰ ਤੇ ਧਰਮੀ ਹੋਵੋ ਮੇਰੇ ਲਈ, ਕਿਉਂਕਿ ਮੈਂ ਤੁਹਾਨੂੰ ਚੁਣ ਲਿਆ। ਪਰਮੇਸ਼ਰ ਦੇ ਨਾਮ ਨੂੰ ਅਸੀਂ ਪੁਕਾਰਦੇ ਰਹੀਏ। ਆਦਮ ਤੇ ਹਵਾ, ਜੋ ਪਰਮੇਸ਼ਰ ਨੇ ਉਹਨੂੰ ਕਿਹਾ, ਆਦਮ ਆਦਮ ਤੂੰ ਕਿੱਥੇ ਆ? ਜਦੋਂ ਉਹਦੇ ਕੋਲ ਆਉਂਦਾ ਆ, ਪਰਮੇਸ਼ਰ ਉਹਨੂੰ ਪੁਕਾਰਦਾ ਆ, ਪਰਮੇਸ਼ਰ ਉਹਨੂੰ ਕਹਿੰਦਾ ਆ, ਉਹ ਨਾਮ ਲੈ ਲੈ ਕੇ ਪੁਕਾਰਦਾ, ਆਦਮ ਆਦਮ ਤੂੰ ਕਿੱਥੇ ਆ? ਆਦਮ ਛੁਪ ਗਿਆ, ਆਦਮ ਛੁਪ ਗਿਆ। ਆਦਮ ਨੂੰ ਪੁਕਾਰਦਾ, ਆਦਮ ਨੂੰ ਕਹਿੰਦਾ ਆ, ਆਦਮ ਤੂੰ ਆਦਮ ਕਿੱਥੇ ਆ? ਇਸੇ ਤਰ੍ਹਾਂ ਅੱਜ ਲੋਕ ਜਿਹੜੇ ਆ ਉਹ ਪਰਮੇਸ਼ਰ ਨੂੰ ਭੁੱਲ ਗਏ ਆ। ਅੱਜ ਪਰਮੇਸ਼ਰ ਮੇਰਾ ਤੇ ਤੁਹਾਡਾ ਨਾਮ ਲੈ ਲੈ ਕੇ ਪੁਕਾਰਦਾ ਆ, ਤੁਸੀਂ ਕਿੱਥੇ ਆ? ਤੁਸੀਂ ਕਿੱਥੇ ਆ? ਮੈਂ ਤੁਹਾਡੇ ਕੋਲ ਆਉਂਦਾ ਆ। ਜਿਸ ਤਰ੍ਹਾਂ ਠੰਡੇ ਵੇਲੇ ਆਦਮ ਤੇ ਹਵਾ ਦੇ ਕੋਲ ਆਇਆ, ਜਿਸ ਤਰ੍ਹਾਂ ਠੰਡੇ ਵੇਲੇ ਯਿਸੂ ਪਰਮੇਸ਼ਰ ਜਿਹੜਾ ਆ ਉਹ ਆਦਮ ਤੇ ਹਵਾ ਨੂੰ ਮਿਲਣ ਆਇਆ, ਅੱਜ ਉਹ ਤੁਹਾਨੂੰ ਵੀ ਜਿਸ ਤਰ੍ਹਾਂ ਆਦਮ 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 ਪੁਕਾਰਦਾ ਆ, ਅੱਜ ਉਹ ਤੁਹਾਨੂੰ ਮਿਲਣ ਦੇ ਲਈ ਆਂਦਾ ਆ। ਅੱਜ ਉਹ ਤੁਹਾਨੂੰ ਆਵਾਜ਼ਾਂ ਮਾਰ ਮਾਰ ਕੇ ਕਹਿੰਦਾ ਆ, ਮੇਰੇ ਬੇਟੇ ਮੇਰੀ ਬੇਟੀ ਤੂੰ ਕਿੱਥੇ ਆ? ਮੈਂ ਤੈਨੂੰ ਲੱਭਦਾ ਫਿਰਦਾ, ਮੈਂ ਤੇਰੇ ਨਾਲ ਸੰਗਤੀ ਕਰਨਾ ਚਾਹੁੰਦਾ। ਮੇਰੀ ਆਵਾਜ਼ ਨੂੰ ਸੁਣ ਕੇ ਮੇਰੇ ਸਾਹਮਣੇ ਆ, ਕਿਉਂਕਿ ਆਦਮ ਤੇ ਹਵਾ ਛੁਪ ਗਏ। ਆਦਮ ਤੇ ਹਵਾ ਜੋ ਆ ਉਹ ਛੁਪ ਗਏ, ਉਹ ਪਰਮੇਸ਼ਰ ਕੋਲੋਂ ਛੁਪ ਗਏ। ਕਿਉਂ? ਜਦੋਂ ਉਹਨਾਂ ਨੇ ਆਵਾਜ਼ ਸੁਣੀ ਪਰਮੇਸ਼ਰ ਦੀ ਤਾਂ ਉਹ ਛੁਪ ਗਏ। ਅੱਜ ਅਸੀਂ ਵੀ ਪਰਮੇਸ਼ਰ ਦੀ ਆਵਾਜ਼ ਨੂੰ, ਜਦੋਂ ਪਰਮੇਸ਼ਰ ਸਾਨੂੰ ਪੁਕਾਰਦਾ, ਸਾਡਾ ਨਾਮ ਲੈ ਲੈ ਕੇ, ਇੱਕ ਗੀਤ ਆ, ਮੈਂ ਛੋਟਾ ਜਿਹਾ ਕੋਰਸ ਗਾਉਣੀ ਆ, ਕਿਉਂਕਿ ਪਰਮੇਸ਼ਰ ਦੇ ਵਚਨ 'ਚ ਲਿਖਿਆ ਆ ਕਿ ਉਹ ਸਾਨੂੰ ਨਾਮ ਲੈ ਲੈ ਕੇ ਪੁਕਾਰਦਾ ਆ। ਨਾਮ ਲੈ ਲੈ ਕੇ ਪੁਕਾਰਦਾ, ਨਾਮ ਲੈ ਲੈ ਕੇ ਪੁਕਾਰਦਾ। ਜੋ ਸਾਡਾ ਨਾਮ ਲੈ ਲੈ ਕੇ ਪੁਕਾਰਿਆ, ਕਹਿੰਦਾ ਮੈਂ ਤੇਰਾ ਨਾਮ ਲੈਣਾ ਆ, ਤੈਨੂੰ ਪੁਕਾਰਦਾ, ਮੈਂ ਕੱਲੇ ਕੱਲੇ ਦਾ ਨਾਮ ਲੈ ਕੇ ਪੁਕਾਰਦਾ। ਉਹ ਮੇਰਾ ਪਰਮੇਸ਼ਰ ਆ, ਮੇਰਾ ਜ਼ਿੰਦਾ ਪਾਕ ਆ, ਮੇਰਾ ਪਰਮੇਸ਼ਰ ਆ। ਉਹ ਸਾਡੇ ਨਾਲ ਰਿਸ਼ਤਾ ਬਣਾਉਣਾ ਚਾਹੁੰਦਾ ਆ, ਸਾਡੇ ਨਾਲ ਰਿਸ਼ਤਾ ਬਣਾਉਣਾ ਚਾਹੁੰਦਾ ਆ। ਉਹ ਕਹਿੰਦਾ ਮੈਂ ਤੁਹਾਡੇ ਨਾਲ ਰਿਸ਼ਤਾ ਬਣਾਉਣਾ ਚਾਹੁੰਦਾ ਆ।
ਜੋ ਦੂਰੀ ਪਈ ਹੋਈ ਆ, ਜੋ ਮੈਂ ਆਦਮ ਨੂੰ ਆਵਾਜ਼ ਮਾਰਦਾ ਆ, ਉਹ ਕਹਿੰਦਾ ਆ ਉਹ ਸਮਾਂ ਕਿੱਥੇ ਆ ਜਿਹੜਾ ਤੁਸੀਂ ਮੈਨੂੰ ਸਮਾਂ ਦਿੰਦੇ ਹੁੰਦੇ ਸੀਗੇ। ਜਦੋਂ ਮੈਂ ਬਾਗ ਦੇ ਵਿੱਚ ਆਉਂਦਾ ਹੁੰਦਾ ਸੀਗਾ, ਤੁਸੀਂ ਮੈਨੂੰ ਸਮਾਂ ਦਿੰਦੇ ਹੁੰਦੇ ਸੀ। छोटा सा कोर्स गानी है पहले। यीशु बुला रहा, यीशु बुला रहा, तेरा नाम ले लेकर तुझे यीशु बुला रहा, तेरा नाम ले लेकर तुझे यीशु बुला रहा। यीशु मसीह परमेश्वर ਜਿਹੜਾ ਸੀ ਅਦਨ ਦੇ ਬਾਗ ਦੇ ਵਿੱਚ ਉਹਨਾਂ ਦੇ ਕੋਲ ਜਾਂਦਾ ਹੁੰਦਾ ਸੀ, ਉਹ ਉਹਨਾਂ ਦੇ ਨਾਲ ਸਮਾਂ ਬਿਤਾਉਂਦਾ ਹੁੰਦਾ ਸੀਗਾ। ਅੱਜ ਸਾਨੂੰ ਕਹਿੰਦਾ ਆ ਕਿ ਮੈਂ ਉਹ ਸਮਾਂ ਕਿੱਥੇ ਆ ਜਦੋਂ ਤੁਸੀਂ ਬਾਈਬਲ ਪੜ੍ਹਦੇ ਹੁੰਦੇ ਸੀ। ਅੱਜ ਉਹ ਸਮਾਂ ਕਿੱਥੇ ਆ ਜੋ ਤੁਸੀਂ ਮੇਰੇ ਨਾਲ ਸੰਗਤੀ ਕਰਦੇ ਹੁੰਦੇ ਸੀ। ਅੱਜ ਉਹ ਸਮਾਂ ਕਿੱਥੇ ਆ ਜੋ ਤੁਸੀਂ ਮੇਰੇ ਨਾਲ ਬੈਠ ਕੇ ਮੇਰੇ ਨਾਲ ਦੁਆ ਪ੍ਰਾਰਥਨਾ ਕਰਦੇ ਹੁੰਦੇ ਸੀ। ਅੱਜ ਸਮਾਂ ਕਿੱਥੇ ਆ? ਅੱਜ ਸਾਨੂੰ ਪੁੱਛਦਾ ਆ ਕਿ ਤੁਹਾਡਾ ਸਮਾਂ ਕਿੱਥੇ ਆ? ਅੱਜ ਸਾਡਾ ਨਾਂ ਲੈ ਲੈ ਕੇ ਪੁਕਾਰਦਾ ਆ ਕਿ ਤੁਸੀਂ ਕਿੱਥੇ ਆ? ਮੈਂ ਤੁਹਾਨੂੰ ਲੱਭਣ ਆਇਆ ਆ, ਮੈਂ ਤੁਹਾਨੂੰ ਢੂੰਡਣ ਆਇਆ ਆ। ਉਹ ਸਾਨੂੰ ਲੱਭਦਾ ਆ, ਸਾਨੂੰ ਢੂੰਡਦਾ ਆ। ਜੇ ਅਸੀਂ ਪਾਪਾਂ ਦੇ ਵਿੱਚ ਫਸੇ ਹੋਏ ਆ, ਉਹ ਕਹਿੰਦਾ ਮੈਂ ਆਪਣੇ ਬਾਹਾਂ ਨੂੰ ਖਿਲਾਰੇ ਹੋਏ ਤੁਹਾਡੇ ਵੱਲ ਆਂਦਾ ਆ। ਤੁਹਾਡੇ ਪਾਪ ਕਿਰਮਚੀ ਕਿਉਂ ਨਾ ਹੋਣ, ਕਿਉਂ ਨਾ ਲਾਲ ਜੇ ਇੱਕ ਮਜੀਠ ਕਿਉਂ ਨਾ ਹੋਣ, ਮੇਰੇ ਪੁੱਤਰ ਦੇ ਖੂਨ ਦੇ ਵਿੱਚ ਬਹੁਤ ਸੀ ਤਾਕਤ ਆ। ਮੇਰੇ ਪੁੱਤਰ ਦਾ ਖੂਨ ਕੋਈ ਮਾਮੂਲੀ ਖੂਨ ਨਹੀਂਗਾ। ਉਹ ਖੂਨ ਦੀਆਂ ਤਾਰਾਂ ਜਿਹੜੀਆਂ ਗਤਸਮਨੀ ਦੇ ਵਿੱਚ ਬਹਿ ਗਈਆਂ, ਉਹ ਖੂਨ ਦੀਆਂ ਤਾਰਾਂ ਜਿਹੜੀਆਂ ਸਲੀਬ ਉੱਤੇ ਬਹਿ ਗਈਆਂ। ਜੇ ਤੁਸੀਂ ਪਾਪਾਂ ਦੇ ਵਿੱਚ ਫਸੇ ਹੋਏ ਆ, ਮੇਰੇ ਕੋਲ ਆਓ, ਮੈਂ ਤੁਹਾਨੂੰ ਸ਼ੁੱਧ ਕਰ ਦੂੰਗਾ। ਮੈਂ ਤੁਹਾਡੀ ਮਦਦ ਕਰਨਾ ਚਾਹੁੰਦਾ ਆ। ਮੈਂ ਆਦਮ ਤੇ ਹਵਾ ਨੂੰ ਪੁਕਾਰ ਰਿਹਾ ਸੀ, ਆਦਮ ਆਦਮ ਤੂੰ ਕਿੱਥੇ ਆ? ਅੱਜ ਮੈਂ ਤੁਹਾਡਾ ਕੱਲੇ ਕੱਲੇ ਦਾ ਨਾਮ ਲੈ ਕੇ ਪੁਕਾਰ ਰਿਹਾ ਆ। ਮੇਰੇ ਖੂਨ ਦੇ ਵਿੱਚ ਬਹੁਤ ਸੀ ਤਾਕਤ ਆ। ਮੇਰਾ ਖੂਨ ਆ ਜੋ ਤੁਹਾਨੂੰ ਪਾਪਾਂ ਤੋਂ ਆਜ਼ਾਦ ਕਰੂਗਾ। ਮੇਰਾ ਖੂਨ ਆ ਜੋ ਤੁਹਾਨੂੰ ਮੇਰੇ ਕੋਲੋਂ, ਮੇਰੇ ਖੂਨ ਦੇ ਵਿੱਚ ਮਾਫੀ ਆ, ਮੇਰੇ ਖੂਨ ਦੇ ਵਿੱਚ ਹੀ ਸਭ ਕੁਝ ਆ। ਜਦੋਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਮਜ਼ੋਰ ਹੋ ਗਏ ਆ, ਤੁਸੀਂ ਆਤਮਿਕ ਜ਼ਿੰਦਗੀ ਦੇ ਵਿੱਚ ਕਮਜ਼ੋਰ ਹੋ ਗਏ ਆ, ਤੁਸੀਂ ਜਿੱਥੇ ਵੀ ਹੈ ਤੁਸੀਂ ਮੈਨੂੰ ਪੁਕਾਰੋ, ਮੈਂ ਤੁਹਾਡੀ ਆਤਮਿਕ ਜ਼ਿੰਦਗੀ ਦੇ ਵਿੱਚ ਫਲ ਲੈ ਕੇ ਆਉਂਗਾ। ਜਿਹੜੇ ਤੀਰ ਚ ਪਿਆਰ, ਮੁਹੱਬਤ, ਸ਼ਾਂਤੀ ਵਾਲੇ ਆ, ਉਹ ਜਿਹੜੇ 9 ਗਿਫਟ ਆ, ਮੈਂ ਤੁਹਾਨੂੰ ਤੁਹਾਡੀ ਆਤਮਿਕ ਜ਼ਿੰਦਗੀ ਦੇ ਵਿੱਚ ਭਰਪੂਰ ਕਰ ਦੂੰਗਾ। ਪਰ ਜਦੋਂ ਅਸੀਂ ਆਪਣੇ ਪਰਮੇਸ਼ਰ ਨੂੰ ਪੂਰੇ ਹਿਰਦੇ ਦੇ ਨਾਲ, ਪੂਰੀ ਜਾਨ ਦੇ ਨਾਲ, ਪੂਰੀ ਬੁੱਧ ਦੇ ਨਾਲ ਆਪਣੇ ਖੁਦਾਵੰ ਨੂੰ ਪੁਕਾਰਦੇ ਆ, ਉਹ ਕਹਿੰਦਾ ਮੈਂ ਅਜਿਹੇ ਜਿਹੇ ਭਗਤਾਂ ਨੂੰ ਲੱਭਦਾ ਫਿਰਦਾ ਆ। ਪਰਮੇਸ਼ਰ ਦੇ ਵਚਨ 'ਚ ਲਿਖਿਆ ਜ਼ਹੂਨਾ ਦੇ ਵਿੱਚ ਤੀਸਰੇ ਬਾਗ ਦੇ ਵਿੱਚ ਸਾਨੂੰ ਮੁਕਤੀ ਮਿਲੀ। ਤੀਸਰੇ ਬਾਗ ਦੇ ਵਿੱਚ ਸਾਨੂੰ ਨਜ਼ਾਤ ਮਿਲੀ। ਤੀਸਰੇ ਬਾਗ ਦੇ ਵਿੱਚ ਮੌਤ ਤੇ ਫਤਹ ਪਾ ਲਈ। ਅਸੀਂ ਪਹਿਲੇ ਬਾਗ ਦੇ ਵਿੱਚ ਅਦਨ ਬਾਗ ਵਿੱਚ ਦੇਖਦੇ ਆ ਯੀਸ਼ੂ ਮਸੀਹ ਪਰਮੇਸ਼ਰ ਨਾਮ ਲੈ ਲੈ ਕੇ ਪੁਕਾਰਦਾ, ਨਾਮ ਲੈ ਲੈ ਕੇ ਪੁਕਾਰਦਾ। ਅੱਜ ਸਾਨੂੰ ਵੀ ਨਾਮ ਲੈ ਲੈ ਕੇ ਪੁਕਾਰਦਾ। ਉਹ ਕਹਿੰਦਾ ਕਿੱਥੇ ਹੈ ਜਦੋਂ ਤੁਸੀਂ ਬਾਈਬਲ ਪੜ੍ਹਦੇ ਹੁੰਦੇ ਸੀ? ਅੱਜ ਤੁਸੀਂ ਮੇਰੇ ਨਾਲ ਕਿੱਥੇ ਸਮਾਂ ਨਹੀਂ ਗੁਜ਼ਾਰਦੇ ਹੈਗੇ? ਕਿੱਥੇ ਤੁਸੀਂ ਦੁਆ ਕਰਦੇ ਹੁੰਦੇ ਸੀ? ਅੱਜ ਤੁਸੀਂ ਮੇਰੇ ਨਾਲ ਸਮਾਂ ਨਹੀਂ ਗੁਜ਼ਾਰਦੇ। ਦੂਸਰਾ ਬਾਗ ਜਿਹੜਾ ਗਤਸਮਨੀ ਦਾ, ਭਾਵੇਂ ਜਿੰਨੀਆਂ ਮਰਜ਼ੀ ਦੁੱਖ ਆਉਣ, ਭਾਵੇਂ ਮਰਜ਼ੀ ਤਕਲੀਫਾਂ ਆਉਣ, ਭਾਵੇਂ ਤੁਹਾਡੇ ਤੇ ਪਾਪ ਜੇ ਕਿਉਂ ਨਾ ਹੋਣ, ਪਰਮੇਸ਼ਰ ਦਾ ਪੁੱਤਰ ਕਹਿੰਦਾ ਮੇਰੇ ਕੋਲ ਆਓ, ਮੈਂ ਤੁਹਾਨੂੰ ਪਾਪਾਂ ਤੋਂ ਆਜ਼ਾਦ ਕਰ ਦੂੰਗਾ, ਬੰਧਨਾਂ ਤੋਂ ਆਜ਼ਾਦ ਕਰ ਦੂੰਗਾ, ਬਿਮਾਰੀਆਂ ਤੋਂ ਆਜ਼ਾਦ ਕਰ ਦੂੰਗਾ। ਪਰਮੇਸ਼ਰ ਕਹਿੰਦਾ ਸਿਰਫ ਮੇਰੇ ਅੱਗੇ ਪ੍ਰਾਰਥਨਾ ਕਰੋ। ਔਰ ਤੀਸਰਾ ਬਾਗ ਜਿਹੜਾ ਕਲਵਰੀ ਦਾ ਬਾਗ ਆ, ਯੀਸ਼ੂ ਮਸੀਹ ਕਹਿੰਦੇ ਆ, ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਫਤਿਹ ਆ, ਯੀਸ਼ੂ ਦੇ ਨਾਮ ਦੇ ਨਾਲ ਹੀ ਫਤਿਹ ਆ। ਯੀਸ਼ੂ ਨੇ ਸ਼ੈਤਾਨ ਤੇ ਮੌਤ ਨੂੰ ਹਰਾ ਦਿੱਤਾ, ਸ਼ੈਤਾਨ ਨੂੰ ਹਰਾ ਦਿੱਤਾ, ਮੌਤ ਨੂੰ ਹਰਾ ਦਿੱਤਾ। ਹੁਣ ਯੀਸ਼ੂ ਮਸੀਹ ਮਰ ਕੇ ਸਾਨੂੰ ਨਵੀਂ ਜ਼ਿੰਦਗੀ ਦਿੱਤੀ ਆ। ਉਹਨੇ ਵਾਅਦਾ ਕੀਤਾ ਆ, ਉਹ ਕਹਿੰਦਾ ਜਿੱਥੇ ਮੈਂ ਆ ਉਸ ਜਗ੍ਹਾ ਤੇ ਤੁਸੀਂ ਵੀ ਹੋਵੋਗੇ। ਇਹ ਅਸੀਂ ਤਿੰਨਾਂ ਬਾਗਾਂ ਦੇ ਵਿੱਚ ਅਸੀਂ ਦੇਖਣਾ ਕਿ ਅਸੀਂ ਕਿਹੜੇ ਬਾਗ ਦੇ ਵਿੱਚ ਹਲੇ ਰਹਿ ਰਹੇ ਆ, ਕਿ ਅਸੀਂ ਤੀਸਰੇ ਬਾਗ ਦੇ ਵਿੱਚ ਪਹੁੰਚ ਗਏ ਆ ਜਾਂ ਹਲੇ ਅਸੀਂ ਪਹਿਲੇ ਬਾਗ ਵਿੱਚ ਤੁਰੇ ਫਿਰਦੇ ਆ। ਅਸੀਂ ਲੰਘਣਾ ਪਰਮੇਸ਼ਰ ਦੀ ਕਰ ਰਹੇ ਆ, ਅਸੀਂ ਪਰਮੇਸ਼ਰ ਦੇ ਹੁਕਮਾਂ ਦੀ ਨਾਫਰਮਾਨੀ ਕਰਦੇ ਆ। ਇਹ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਅਸੀਂ ਦੇਖਣਾ, ਅਸੀਂ ਪਹਿਲੇ ਬਾਗ ਵਿੱਚ ਨਹੀਂ ਰਹਿਣਾ, ਅਸੀਂ ਦੂਸਰੇ ਬਾਗ ਵਿੱਚ ਆਪਣੇ ਖੁਦਾਵੰਦ ਦੇ ਕੋਲ ਪ੍ਰਾਰਥਨਾ ਕਰਨੀ ਆ, ਆਪਣੇ ਪਰਮੇਸ਼ਰ ਨੂੰ ਕਹਿਣਾ ਆ, हे ਪਰਮੇਸ਼ਰ ਮੇਰੇ ਦੁੱਖਾਂ ਨੂੰ, ਮੇਰੀਆਂ ਮੁਸੀਬਤਾਂ ਨੂੰ ਅਸੀਂ ਦੁਆ ਕਰਨੀ ਆ।
पिता अगे दुआ कीती आ, इसी तरह ਅਸੀਂ दुआ करनी आ। ਜਦੋਂ ਅਸੀਂ प्रार्थना करांगे ਤਾਂ ਅਸੀਂ ਕਲਵਰੀ ਦੇ ਬਾਗ ਦੇ ਵਿੱਚ ਐਂਟਰ ਹੋਵਾਂਗੇ ਔਰ ਅਸੀਂ ਸ਼ੈਤਾਨ ਦੇ ਉੱਤੇ ਫਤਿਹ ਪਾਲਵਾਂਗੇ, ਮੌਤ ਉੱਤੇ ਫਤਿਹ ਪਾਲਵਾਂਗੇ। ਜਦੋਂ ਅਸੀਂ ਮੌਤ ਉੱਤੇ ਫਤਿਹ ਪਾਲਵਾਂਗੇ ਤਾਂ ਅਸੀਂ ਆਪਣੇ ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਹੋ ਜਾਵਾਂਗੇ। ਉਹ ਕਹਿੰਦਾ ਜਿੱਥੇ ਮੈਂ ਆ ਉਸ ਜਗ੍ਹਾ ਤੇ ਤੁਸੀਂ ਵੀ ਹੋਵੋਗੇ। ਹਾਲੇਲੂਇਆ। ਗॉड ਤੁਹਾਨੂੰ ਬਲੈਸ ਕਰੇ, परमेश्वर ਤੁਹਾਨੂੰ ਬਲੈਸ ਕਰੇ ਔਰ ਪਰਮੇਸ਼ਰ ਤੁਹਾਨੂੰ ਆਪਣੇ ਪਾਕ ਖਜੂਰੀ ਦੇ ਵਿੱਚ ਹਮੇਸ਼ਾ ਹਮੇਸ਼ਾ ਆਪਣੇ ਫਤਿਹਮੰਦ ਹੱਥਾਂ ਦੇ ਵਿੱਚ ਸੰਭਾਲ ਕੇ ਰੱਖੀਏ। ਪ੍ਰੇਜ਼ ਦ ਲਾਰਡ। ਗॉड ਤੁਹਾਨੂੰ